ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਅੱਜ ਫੇਰ ਇੱਕ ਐਕਸਪਰਟ ਦੇ ਨਾਲ, ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਇਸ ਪ੍ਰੋਗਰਾਮ ਦੇ ਵਿੱਚ ਤਾਂ ਕਿ ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟਸ ਦੀ ਜਿਹੜੀ ਕੁਐਰੀਜ਼ ਨੇ ਉਹਨਾਂ ਨੂੰ ਡਿਸਕਸ ਕੀਤਾ ਜਾ ਸਕੇ ਤੇ ਉਹਨਾਂ ਦੇ ਜਵਾਬ ਉਹਨਾਂ ਦੇ ਐਕਸਪੀਰੀਅੰਸ ਦੇ ਸਦਕੇ ਲਏ ਜਾ ਸਕਣ। ਪਹਿਲੇ ਤੁਹਾਨੂੰ ਉਹਨਾਂ ਨਾਲ ਮਿਲਾ ਦਈਏ ਜਿਹੜੇ ਅੱਜ ਐਕਸਪਰਟ ਸਾਡੇ ਨਾਲ ਮੌਜੂਦ ਨੇ। ਉਹਨੇ ਜੀ ਫਿਊਚਰ ਪੁਆਇੰਟ ਤੋਂ ਲਵਿਸ਼ ਕਾਲੀਆ ਜੀ। ਲਵਿਸ਼ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਅਮਨ ਜੀ, ਮੇਰੇ ਵੱਲੋਂ ਯਾਨੀ ਕਿ ਲਵਿਸ਼ ਕਾਲੀਆ ਵੱਲੋਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਾਂਗੇ ਖਾਸ ਸ਼ੋ ਜਿਹੜਾ ਡੈਡੀਕੇਟ ਰਹੇਗਾ ਇੱਕ ਸਟੂਡੈਂਟ ਲਈ ਜਿਹੜਾ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੈ ਜੀ। ਨਿਊਜ਼ੀਲੈਂਡ ਜਾਣ ਵਾਲਾ ਸਟੂਡੈਂਟ ਹਮੇਸ਼ਾ ਮਿਸਗਾਈਡ ਹੁੰਦਾ ਰਿਹਾ। ਅੱਜ ਵੀ ਐਡਵਰਟਾਈਜ਼ਮੈਂਟ ਤੋਂ ਕਾਫੀ ਲੱਗਦਾ ਵੀ ਮਿਸਗਾਈਡ ਹੋਏਗਾ। ਲਵਿਸ਼ ਜੀ ਨਾਲ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਜੀ ਵੀ ਹਰ ਟੈਕਨੀਕਲ ਪੁਆਇੰਟ ਤੇ ਗੱਲ ਕੀਤੀ ਜਾ ਸਕੇ ਤਾਂ ਕਿ ਇੱਕ ਸਟੂਡੈਂਟ ਜਿਹੜਾ ਪੜ੍ਹਨਾ ਚਾਹੁੰਦਾ ਦੇਸ਼ ਤੋਂ ਪ੍ਰਦੇਸ਼ ਜਾ ਕੇ ਉਹ ਕਦੀ ਵੀ ਮਿਸਗਾਈਡ ਨਾ ਹੋਵੇ। ਅੱਜ ਗੱਲ ਕਰਾਂਗੇ ਸਾਰੇ ਕੱਕਿਆਂ ਦੀ, ਜਿਹਦੇ ਅਸੀਂ ਕਹਿੰਦੇ ਹਾਂ ਬਹੁਤ ਇੰਪੋਰਟੈਂਟ ਨੇ ਕੱਕੇ। ਪਹਿਲਾ ਕੱਕਾ ਕੰਸਲਟੈਂਟ, ਫਿਰ ਕੰਟਰੀ, ਕੋਰਸ, ਕਾਲਜ, ਹਰ ਚੀਜ਼ ਜਿਹੜੀ ਹੈ ਉਹ ਕੱਕੇ ਤੇ ਡਿਪੈਂਡ ਕਰਦੀ ਹੈ। ਬਟ ਉਹ ਕੱਕਾ ਚੂਜ਼ ਕਿਵੇਂ ਕਰਨਾ ਹੈ ਉਹ ਇੰਪੋਰਟੈਂਟ ਹੈ। ਕਿਵੇਂ ਹੋਏਗਾ ਲਵਿਸ਼ ਜੀ ਨਾਲ ਗੱਲ ਕਰਦੇ ਹਾਂ। ਅੱਜ ਦੀ ਐਡਵਰਟਾਈਜ਼ਮੈਂਟ ਬਾਰੇ ਗੱਲ ਕਰਾਂਗੇ, ਕਿਵੇਂ ਮਿਸਗਾਈਡੈਂਸ ਹੋ ਰਹੀ ਹੈ ਉਹ ਗੱਲ ਕਰਾਂਗੇ। ਬਟ ਨਿਊਜ਼ੀਲੈਂਡ ਪਹਿਲਾ ਮਿਸਗਾਈਡੈਂਸ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉਹ ਹੈ ਵਿਦਆਊਟ ਆਈਲੈਟਸ ਨੂੰ ਐਡਵਰਟਾਈਜ਼ ਜ਼ਿਆਦਾ ਕੀਤਾ ਜਾ ਰਿਹਾ। ਉਹ ਕਿੱਦਾਂ ਹੋ ਰਿਹਾ, ਕੀ ਉਹਦਾ ਕਰੇਜ਼ ਦਾ ਕਾਰਨ ਰਹਿ ਰਿਹਾ ਤੇ ਰਿਜ਼ਲਟਸ ਕੀ ਆਏ ਨੇ? ਲਵਿਸ਼ ਜੀ ਕੀ ਕਹਿਣਾ ਇਹਦੇ ਬਾਰੇ? ਅਗਰ ਆਪਾਂ ਵਿਦਆਊਟ ਆਇਲਸ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਕੰਪਨੀਆਂ ਦੀ ਐਡਵਰਟਾਈਜ਼ਮੈਂਟ ਜੋ ਕਿ ਚੱਲ ਰਹੀ ਹੈ ਵਿਦਆਊਟ ਆਇਲਸ, ਉਹਦੇ ਤੇ ਨਾਲ ਇੱਕ ਛੋਟਾ ਜਿਹਾ ਇੱਕ ਸਟਾਰ ਬਣਾ ਦਿੱਤਾ ਜਾਂਦਾ ਹੈ, ਕੰਡੀਸ਼ਨ ਅਪਲਾਈ ਦਾ। ਉਹ ਬੜਾ ਛੋਟਾ ਹੁੰਦਾ, ਦਿਖਦਾ ਨਹੀਂ ਹੀ ਨਹੀਂ ਉਹ ਬਿਲਕੁਲ। ਸੋ ਉਹਦੇ ਵਿੱਚ ਕੀ ਚੀਜ਼ ਹੈਗੀ ਹੈ ਕਿ ਜਿਹੜਾ ਸਟੂਡੈਂਟ ਆ ਜਾਂ ਉਹਦੇ ਪੇਰੈਂਟਸ ਨੇ ਉਹ ਸਾਰਿਆਂ ਨੂੰ ਉਸ ਚੀਜ਼ ਤੋਂ ਮਿਸ ਅੰਡਰਸਟੈਂਡਿੰਗ ਕ੍ਰੀਏਟ ਹੁੰਦੀ ਆ। ਰੀਜ਼ਨ ਵਿਦਆਊਟ ਆਇਲਸ ਦੇ ਵਿੱਚ ਉਹ ਮੈਂਸ਼ਨ ਕਰਦੇ ਨੇ ਕਿ ਬੱਚਾ ਤੁਹਾਡਾ ਬੇਸ਼ੱਕ ਪੰਜਾਬੀ ਮੀਡੀਅਮ ਪੜ੍ਹਿਆ, ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਦੇਖਦੇ ਪੰਜਾਬੀ ਪੜ੍ਹਿਆ ਵੀ ਜਾ ਸਕਦਾ, ਬਟ ਐਡਵਰਟਾਈਜ਼ਮੈਂਟ ਦੇ ਥਰੂ ਮਿਸ ਗਾਈਡੈਂਸ ਦੇ ਕੇ ਜਦੋਂ ਬੱਚਾ ਆਫਿਸ ਦੇ ਵਿੱਚ ਪਹੁੰਚਦਾ ਫਿਰ ਉਹਨੂੰ ਦੱਸਦੇ ਆ ਜੀ ਤੁਹਾਡਾ ਇਹ ਅਗਰ ਬੱਚਾ ਵਿਦਆਊਟ ਆਇਲਸ ਜਾ ਰਿਹਾ ਇੱਕ ਉਹ 5 ਈਅਰ ਬੈਕ ਇੰਗਲਿਸ਼ ਹੋਣੀ ਚਾਹੀਦੀ ਹੈ, ਠੀਕ ਹੈ। ਜੇ ਉਹ ਨਹੀਂ ਹੈਗੀ ਫਿਰ ਕਾਲਜ ਦੇ ਐਂਡ ਤੋਂ ਇਹਦਾ ਇੱਕ ਲੈਂਗੁਏਜ ਐਬਿਲਿਟੀ ਟੈਸਟ ਹੋਏਗਾ, ਫਿਰ ਇਹਨੂੰ ਉਹ ਕਲੀਅਰ ਕਰਨਾ ਪਏਗਾ। ਇਹ ਚੀਜ਼ਾਂ ਆਫਿਸ ਪਹੁੰਚਣ ਤੋਂ ਬਾਅਦ ਦੱਸਦੇ। ਜਿਹੜੇ ਘਰੋਂ ਬੱਚਾ ਕੁਝ ਹੋਰ ਸੋਚ ਕੇ ਆਇਆ ਹੁੰਦਾ, ਜਦੋਂ ਆਫਿਸ ਦੇ ਵਿੱਚ ਪਹੁੰਚਦਾ ਆ ਉਹਨੂੰ ਆ ਚੀਜ਼ ਅੱਗੇ ਨਿਕਲਦੀ ਆ ਜੀ। ਬਿਲਕੁਲ। ਸੋ ਸਟੂਡੈਂਟ ਜਿਹੜਾ ਉਸ ਚੀਜ਼ ਦੇ ਵਿੱਚ ਖਰਾਬ ਹੁੰਦਾ ਆ। ਬੱਚੇ ਦਾ ਇੰਗਲਿਸ਼ ਲੈਵਲ ਪਹਿਲਾਂ ਹੀ ਪੂਅਰ ਹੁੰਦਾ, ਪੰਜਾਬੀ ਮੀਡੀਅਮ ਪੜ੍ਹਿਆ ਹੁੰਦਾ, ਇੱਕ ਪਿੰਡ ਦੇ ਵਿੱਚ ਉਹ ਆਪਣੇ ਉੱਠਿਆ ਹੁੰਦਾ। ਜਦੋਂ ਇੱਕ ਪਿੰਡ ਦਾ ਬੱਚਾ ਆ ਉਹ ਯਕੀਨ ਕਰਦਾ ਹੈ ਸਾਹਮਣੇ ਵਾਲੇ ਬੰਦੇ ਦੇ ਉੱਤੇ, ਫੋਰ ਐਗਜ਼ਾਮਪਲ ਤੁਸੀਂ ਹੋ ਜਾਂ ਮੈਂ ਆ, ਬੱਚਾ ਕਿਸੇ ਨੂੰ ਵੀ ਆਪਣੇ ਡਾਕੂਮੈਂਟ ਦੇ ਰਿਹਾ ਨਾ, ਉਸ ਦਿਨ ਤੋਂ ਕਹਿੰਦਾ ਜੋ ਇਹ ਕਹਿ ਰਿਹਾ ਉਹੀ ਸੱਚ ਹੈ, ਜੋ ਇਹ ਕਹਿ ਰਿਹਾ ਦਿਨ ਹੈ ਤੇ ਦਿਨ ਹੈ, ਕਹਿ ਰਿਹਾ ਰਾਤ ਹੈ ਤੇ ਰਾਤ ਹੈ। ਅਗਰ ਉਹ ਕਹਿ ਰਿਹਾ ਇਹ ਚੀਜ਼ ਝੂਠ ਹੈ ਜਾਂ ਸੱਚ ਹੈ, ਬੱਚਾ ਕਿਉਂ ਉਸ ਨੂੰ ਆਪਣਾ ਗॉडਫਾਦਰ ਮੰਨ ਚੁੱਕਾ ਹੁੰਦਾ। ਸੋ ਉਹਨਾਂ ਗੱਲਾਂ ਨੂੰ, ਆਪਣੀਆਂ ਅਟਰੈਕਟਿਵ ਗੱਲਾਂ ਦੇ ਦੇ ਕੇ ਬੱਚੇ ਨੂੰ, ਉਹਨਾਂ ਦੇ ਪੇਰੈਂਟਸ ਨੂੰ ਮਿਸਗਾਈਡ ਕਰਦੇ ਨੇ। ਵਿਦਆਊਟ ਆਇਲਸ ਬੱਚੇ ਦੀ ਕਿਸੇ ਨਾ ਕਿਸੇ ਤਰੀਕੇ ਕੈਟਾਗਰੀ 2 ਦੇ ਕਾਲਜ ਦੇ ਵਿੱਚ ਉਹਦੀ ਐਡਮਿਸ਼ਨ ਕਰਾਉਂਦੇ ਨੇ, ਰਾਈਟ। ਐਮਬੈਸੀ ਤੋਂ ਇੰਟਰਵਿਊ ਆ ਜਾਂਦੀ ਹੈ, ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਸੋ ਉਸ ਕਾਰਨ ਦੇ ਕਰਕੇ ਬਹੁਤ ਸਾਰੀਆਂ ਰਿਜੈਕਸ਼ਨਸ ਵੀ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲ ਰਹੀਆਂ ਨੇ। ਇਹੀ ਮਿਸਗਾਈਡੈਂਸ ਹੈ ਜਿਹੜੀ ਲਵਿਸ਼ ਜੀ ਨੇ ਕਲੀਅਰ ਕੀਤੀ, ਜਿਹਦੇ ਕਰਕੇ ਰਿਜੈਕਸ਼ਨਸ ਆ ਰਹੀਆਂ ਨੇ। ਵੀਜ਼ਾ ਤਾਂ ਲੱਗੇਗਾ ਜੇ ਇੱਕ ਚੈੱਕਲਿਸਟ ਦੇ ਮੁਤਾਬਿਕ ਕਾਗਜ਼ ਲੱਗੇ। ਅੱਜ ਬੜੇ ਐਡਵਰਟਾਈਜ਼ਮੈਂਟ ਦੇਖਣ ਨੂੰ ਮਿਲਦੀਆਂ, ਮੇਰੇ ਮੋਬਾਈਲਸ 'ਤੇ ਵੀ ਕਈ ਕੰਪਨੀਆਂ ਦੀ ਐਡਸ ਆਉਂਦੀਆਂ, ਅਸੀਂ ਦੇਖ ਵੀ ਰਹੇ ਸੀਗੇ। ਗੈਪ ਐਕਸੈਪਟਡ ਨਿਊਜ਼ੀਲੈਂਡ ਜੀ। ਪਹਿਲੇ ਤਾਂ ਸਮਝਣ ਦੀ ਲੋੜ ਹੈ ਗੈਪ ਦੀ ਪਰਿਭਾਸ਼ਾ ਕੀ ਹੈ, ਕਿਹੜਾ ਐਕਸੈਪਟਡ ਹੈ, ਗੈਪ ਕਹਿੰਦੇ ਕਿਹਨੂੰ ਹੈ। ਉਹ ਗੈਪ ਨਹੀਂ ਹੈ ਜਿਹਨੂੰ ਗੈਪ ਕਿਹਾ ਜਾ ਰਿਹਾ। ਐਕਚੁਅਲ ਮੈਂ ਕਹੂੰਗਾ ਥੋੜਾ ਜਿਹਾ ਟਾਈਮ ਇੱਥੇ ਲਾਇਆ ਜਾਵੇ ਕਿਉਂਕਿ ਇਹਦੇ ਵਿੱਚ ਬੱਚੇ ਕਾਫੀ ਮਿਸਗਾਈਡ ਹੋਣਗੇ। ਜੀ ਬਿਲਕੁਲ। ਗੈਪ ਦੀ ਗੱਲ ਕਰੀਏ, ਗੈਪ ਅਸੈਪਟੇਬਲ ਆਂਦਾ ਬਹੁਤ ਸਾਰੇ। ਅਗਰ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਕੰਟਰੀ ਗੈਪ ਅਸੈਪਟ ਨਹੀਂ ਕਰਦੀ। ਬਿਲਕੁਲ ਗੱਲ ਹੋਈ ਹੈ ਨਹੀਂ ਕਰਦੀ। ਐਡਵਰਟਾਈਜ਼ਮੈਂਟ 'ਚ ਕਹਿੰਦੇ ਗੈਪ ਐਕਸੈਪਟੇਬਲ, ਕਿਹਨੂੰ ਕਿਹਾ ਰਿਹਾ ਉਹ? ਜਿਹੜੇ ਕੰਪਨੀਆਂ ਗੈਪ ਐਕਸੈਪਟੇਬਲ ਰੱਖਦੀਆਂ ਪਈਆਂ ਨੇ ਉਹਦੇ ਵਿੱਚ ਉਹ ਕਲੀਅਰ ਨਹੀਂ ਕਰਦੀਆਂ। ਬੱਚਾ ਆਂਦਾ ਲੈ ਇਹਨਾਂ ਨੇ ਗੈਪ ਐਕਸੈਪਟੇਬਲ ਲਿਖਿਆ ਹੈ, ਮੈਂ ਪਿਛਲੇ 5-7 ਸਾਲ ਤੋਂ ਫ੍ਰੀ ਬੈਠਾ ਸੀ, ਮੈਂ ਚਲੇ ਜਾਵਾਂ, ਜਦਕਿ ਉਹ ਚੀਜ਼ ਹੈ ਹੀ ਨਹੀਂ ਹੈ। ਨਾ ਕੋਈ ਕਾਲਜ ਉਹਨੂੰ ਐਡਮਿਸ਼ਨ ਦੇ ਰਿਹਾ, ਨਾ ਕੋਈ ਯੂਨੀਵਰਸਿਟੀ ਐਡਮਿਸ਼ਨ ਦੇ ਰਹੀ ਹੈ। ਇਨ ਕੇਸ ਕਿਸੇ ਤਰੀਕੇ ਵੀ ਉਹ ਕੰਸਲਟੈਂਟ ਕਿਸੇ ਵੀ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਕੈਟਾਗਰੀ 2 ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੀ ਐਡਮਿਸ਼ਨ ਵੀ ਕਰਾ ਰਹੇ ਹਾਂ, ਐਮਬੈਸੀ ਨੇ ਵੀਜ਼ਾ ਨਹੀਂ ਦੇਣਾ ਉਹਨੂੰ। ਵੇਸਟੇਜ ਆਫ ਟਾਈਮ ਆਫ ਸਟੂਡੈਂਟ, ਜਿਹੜਾ ਉਹਦਾ ਫਾਈਨੈਂਸ਼ੀਅਲ ਜਿਹੜਾ ਨੁਕਸਾਨ ਹੋਣਾ, ਫਾਈਨੈਂਸ਼ੀਅਲ ਨੁਕਸਾਨ ਜਿਹੜਾ ਹੋਣਾ ਉਹ ਵੱਖਰਾ, ਉਹਦਾ ਜਿਹੜਾ ਟਾਈਮ ਵੇਸਟ ਹੋਇਆ ਉਹ ਵੱਖਰਾ, ਉਹਦੇ ਪਾਸਪੋਰਟ ਦੇ ਉੱਤੇ ਜਿਹੜੀ ਰਿਫਿਊਜ਼ਲ ਲੱਗ ਰਹੀ ਆ ਉਹਦੇ ਫਿਊਚਰ ਵਾਸਤੇ ਹੋਰ ਹਾਨੀਕਾਰਕ ਹੈ ਉਹਦੇ ਲਈ। ਜੀ ਬਿਲਕੁਲ। ਦੇਖੋ ਇਹਦੇ 'ਚ ਨੁਕਸਾਨ ਬੱਚੇ ਦਾ, ਜਿਹੜੇ ਦਰਸ਼ਕਾਂ ਨੂੰ ਅਸੀਂ ਹਮੇਸ਼ਾ ਦੱਸਦੇ ਹੁੰਦੇ ਆ, ਬਹੁਤ ਸੋਹਣੀ ਤਰ੍ਹਾਂ ਕਲੀਅਰ ਕੀਤਾ। ਗੈਪ ਸਮਝਣ ਦੀ ਲੋੜ ਹੈ, ਗੈਪ ਕਹਿੰਦੇ ਕਿਹਨੂੰ ਆ। ਇਹਦੇ 'ਚ ਉਹਨੇ ਪ੍ਰੋਸੈਸਿੰਗ ਫੀਸ ਲੈ ਲੈਣੀ ਹੈ, ਰਿਜੈਕਸ਼ਨ ਤੁਹਾਡੀ ਲੱਗਣੀ ਹੈ। ਆਪਣੀ ਅਵੇਅਰਨੈਸ ਵੀ ਚਾਹੀਦੀ ਹੈ ਬੱਚੇ ਨੂੰ ਇਹ ਦੇਖਣ ਨੂੰ ਵੀ ਐਕਚੁਅਲ ਰੂਲਸ ਐਂਡ ਰੈਗੂਲੇਸ਼ਨਸ ਕੀ ਨੇ। ਬਿਲਕੁਲ। ਅਗਰ ਗੈਪ ਦੀ ਗੱਲ ਕਰੀਏ ਨਾ, ਉਹ ਜਿਹੜਾ ਗੈਪ ਅਸੈਪਟੇਬਲ ਹੁੰਦਾ ਉਹਦੇ ਵਿੱਚ ਕੀ ਹੁੰਦਾ, ਹਾਂ ਤੁਸੀਂ ਆਲਰੇਡੀ ਇੱਕ ਬੱਚਾ 2008 ਦੇ ਵਿੱਚ ਉਹਨੇ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ, ਉਹਨੇ ਗ੍ਰੈਜੂਏਸ਼ਨ ਕੀਤੀ ਸੀ, ਗ੍ਰੈਜੂਏਸ਼ਨ ਉਹਦੀ ਕੰਪਲੀਟ ਹੋਈ, ਫਰਦਰ ਉਹ ਕਿਸੇ ਚੰਗੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਆ, 2014 ਚੱਲ ਰਿਹਾ, ਉਹ ਕੰਟੀਨਿਊਸਲੀ ਵਰਕ ਕਰ ਰਿਹਾ ਸੀ, ਉਹ ਐਕਸਪੀਰੀਅੰਸ ਹੈਗਾ ਆ, ਠੀਕ ਹੈ, ਉਹ ਵਰਕ ਕਰ ਰਿਹਾ ਕੰਟੀਨਿਊਸਲੀ, ਵਿਹਲਾ ਨਹੀਂ ਬੈਠਾ। ਜਿਹੜੀ ਸੈਲਰੀ ਅਕਾਊਂਟ 'ਚ ਆ ਰਹੀ, ਸੈਲਰੀ ਅਕਾਊਂਟ ਦੇ ਵਿੱਚ ਆ ਰਹੀ, ਸਾਰਾ ਕੁਝ ਇੱਕਦਮ ਵਾਈਟ ਆ ਉਹਦਾ ਜੋ ਸਾਰਾ ਪੇਪਰ ਵਰਕ ਹੈਗਾ ਆ। ਸੋ
ਉਸ ਬਿਹਾਵ ਦੇ ਉੱਤੇ ਬੱਚਾ ਅੱਗੇ ਫਰਦਰ MBA ਕਰਨ ਜਾ ਰਿਹਾ ਹੈ ਜਾਂ ਮਾਸਟਰ ਦਾ ਕੋਈ ਹੋਰ ਕੋਰਸ ਲੈ ਰਿਹਾ, PG ਪ੍ਰੋਗਰਾਮ ਲੈ ਰਿਹਾ, ਸਮੇਂ ਦਾ ਐਵੀਡੈਂਸ ਹੈ ਕਿ ਉਹਨੇ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਕੀ ਕੀਤਾ ਹੈ। ਉਸ ਚੀਜ਼ ਨੂੰ ਆਪਾਂ ਗੈਪ ਨਹੀਂ ਗਿਣ ਸਕਦੇ, ਬਟ ਉਹਨੂੰ ਐਡਵਰਟਾਈਜ਼ ਕੀ ਕਰਦੇ ਨੇ, ਉਹ ਗੈਪ ਅਸੈਪਟੇਬਲ, ਦੈਟ ਇਜ਼ ਟਰੂਲੀ ਫਾਲਸ। ਬਿਲਕੁਲ ਸਹੀ ਗੱਲ ਹੈ। ਇਹ ਚੀਜ਼ਾਂ ਨੇ ਜਿਹੜੀ ਸਮਝਣ ਦੀ ਲੋੜ ਨੇ ਇੱਕ ਸਟੂਡੈਂਟ ਨੂੰ, ਕਿਉਂਕਿ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਜਿਹੜਾ ਛੋਟਾ ਸਟਾਰ ਕੰਡੀਸ਼ਨ ਅਪਲਾਈ ਹੈ ਉਹਦਾ ਬਹੁਤ ਵੱਡਾ ਮੀਨਿੰਗ ਨਿਕਲਦਾ, ਉਹਨੂੰ ਸਮਝਣ ਦੀ ਲੋੜ ਹੈ। ਅੱਜ ਰਿਜੈਕਸ਼ਨ ਆ ਰਹੀਆਂ ਨੇ, ਪਹਿਲੇ ਤਾਂ ਰਿਜੈਕਸ਼ਨ ਦੇ ਕਾਰਨ ਜਾਣਨੇ ਜ਼ਰੂਰੀ ਨੇ, ਜਿਵੇਂ ਇਹ ਜਾਣਨਾ ਜ਼ਰੂਰੀ ਹੈ ਨਾ ਗੈਪ ਕਿਹਨੂੰ ਕਹਿੰਦੇ ਆ, ਵਿਦਆਊਟ ਆਈਲੈਟਸ ਪ੍ਰੋਫਾਈਲ ਕੀ ਹੈ, ਤੇ ਉਹਦੇ ਲਈ ਇਹ ਵੀ ਜਾਣਨਾ ਜ਼ਰੂਰੀ ਹੈ ਜਿਹਨੇ ਵੀਜ਼ਾ ਲੈਣਾ ਵੀ ਰਿਜੈਕਸ਼ਨ ਕਿਉਂ ਆ ਰਹੀ ਹੈ, ਵਜ੍ਹਾ ਕੀ ਹੈ ਉਹਦੀ। ਕੀ ਕਹਿਣਾ ਲਵੀ ਜੀ ਉਹਦੇ ਬਾਰੇ? ਜੀ ਬਿਲਕੁਲ, ਅਗਰ ਆਪਾਂ ਰਿਜੈਕਸ਼ਨ ਦੀ ਗੱਲ ਕਰੀਏ, ਬਹੁਤ ਸਾਰੇ ਬੱਚੇ ਜਿਹੜੇ ਮਿਸਗਾਈਡ ਹੁੰਦੇ ਨੇ ਡਿਊ ਟੂ ਚੈੱਕਲਿਸਟ। ਬੱਚੇ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਆ, ਜੋ ਉਹਦੀ ਪ੍ਰੋਫਾਈਲ ਆ, ਜੋ ਉਹਦੀ ਚੈੱਕਲਿਸਟ ਬਣਦੀ ਆ ਉਹਦੇ ਅਕੋਰਡਿੰਗਲੀ ਉਹ ਫੁੱਲਫਿਲ ਨਹੀਂ ਕੀਤੀ ਜਾਂਦੀ, ਜਿਹੜਾ ਇੱਕ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਹੈ। ਇੱਕ ਬੱਚਾ ਜਦੋਂ ਅਪਲਾਈ ਕਰ ਰਿਹਾ ਆ, +2 ਉਹਦੀ ਕੁਆਲੀਫਿਕੇਸ਼ਨ ਆ, ਆਇਲਸ ਉਹਨੇ ਨਹੀਂ ਕੀਤੀ ਹੋਈ, ਫਸਟ ਆਫ ਆਲ ਉਹਨੂੰ ਇਸੇ ਚੀਜ਼ ਦੀ ਮਿਸਗਾਈਡੈਂਸ ਦਿੱਤੀ ਜਾਂਦੀ, ਉਹਦਾ ਵੀਜ਼ਾ ਅਪਲਾਈ ਕੀਤਾ ਜਾਂਦਾ। ਇਹ ਸਾਰੇ ਗੱਲ ਤੋਂ ਨਿਕਲ ਕੇ ਆਇਆ ਵੀ ਪਹਿਲਾ ਕੱਕਾ ਹੀ ਗਲਤ ਚੂਜ਼ ਕੀਤਾ, ਜਿਹੜਾ ਪਹਿਲਾ ਕੱਕਾ ਕੰਸਲਟੈਂਟ ਦਾ। ਬਿਲਕੁਲ, ਜਿਹਨੇ ਗੈਪ ਦੀ ਗਲਤ ਪਰਿਭਾਸ਼ਾ ਦੱਸੀ, ਵਿਦਆਊਟ ਆਈਲੈਟਸ ਦੀ ਗਲਤ ਪਰਿਭਾਸ਼ਾ ਦੱਸੀ, ਤੇ ਜਿਹੜਾ ਰੈਲੇਵੈਂਟ ਜਾਂ ਚੈੱਕਲਿਸਟ ਜਿਹਨੂੰ ਆਪ ਨਹੀਂ ਪਤਾ ਉਹਦੇ ਵੱਲੋਂ ਫਾਈਲ ਅਪਲਾਈ ਹੋ ਰਹੀ ਹੈ। ਉਸ ਕੰਸਲਟੈਂਟ ਨੂੰ ਇੱਥੇ ਤੱਕ ਨਹੀਂ ਪਤਾ ਉਹ ਚੈੱਕਲਿਸਟ ਡਾਊਨਲੋਡ ਕਿੱਥੋਂ ਹੋ ਰਹੀ ਹੈ, ਉਹ ਸਟੂਡੈਂਟ ਨੂੰ ਕੀ ਨੌਲੇਜ ਦੇਗਾ। ਸੋ ਅਗਰ ਇੱਕ ਬੱਚਾ ਅਪਲਾਈ ਕਰ ਰਿਹਾ, ਰੀਜ਼ਨ ਦਾ ਪਹਿਲਾ ਚਾਂਸ ਆ ਗਿਆ ਕਿ ਕੱਕਾ ਕੰਸਲਟੈਂਟ ਹੀ ਉਹਨੇ ਗਲਤ ਚੂਜ਼ ਕੀਤਾ ਸੀ, ਜਿਹਨੂੰ ਖੁਦ ਹੀ ਨੌਲੇਜ ਹੈ ਨਹੀਂ। ਜਿਹੜੇ ਬਾਕੀ ਕੱਕਿਆਂ ਤੱਕ ਤਾਂ ਪਹੁੰਚਣ ਦੀ ਲੋੜ ਹੀ ਨਹੀਂ, ਅਗਲੇ ਕੱਕੇ ਕੰਮ ਹੀ ਨਹੀਂ ਆਣੇ ਨਾ। ਜੀ ਬਿਲਕੁਲ। ਸੋ ਅਗਰ ਇੱਕ ਬੱਚਾ ਅਪਲਾਈ ਕਰ ਰਿਹਾ, ਆਪਾਂ ਇੱਕ ਪ੍ਰੋਪਰ ਚੈਨਲ ਹੈਗਾ ਆ, ਇੱਕ ਬੱਚੇ ਨੇ 10+2 ਕੀਤੀ ਆ, ਉਹ ਸਾਡੇ ਕੋਲ ਆ ਰਿਹਾ ਵਾ, ਉਹ ਕਹਿ ਰਿਹਾ ਜੀ ਮੇਰੇ ਬੱਚੇ ਨੇ, ਪੇਰੈਂਟਸ ਆ ਰਹੇ ਆ, ਮੇਰੇ ਬੱਚੇ ਨੇ +2 ਕੀਤੀ ਹੈ ਜੀ, ਕੀ ਫਰਦਰ ਸਕੋਪ ਹੈ, ਬੈਕਗ੍ਰਾਉਂਡ ਉਹਦੀ ਕਾਮਰਸ ਫੀਲਡ ਦੀ ਹੈਗੀ ਹੈ, ਕੀ ਕਰੇਗਾ ਮੇਰਾ ਬੱਚਾ, ਉਹਦੇ ਲਈ ਅੱਗੇ ਕੋਰਸਿਸ ਹੈਗੇ ਨੇ, ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਹੈਗਾ, ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈਗਾ, ਜਾਂ ਡਿਪਲੋਮਾ ਇਨ ਐਡਮਿਨਿਸਟ੍ਰੇਸ਼ਨ ਜਾਂ ਬਿਜ਼ਨਸ ਮੈਨੇਜਮੈਂਟ। ਸੋ ਉਹ ਕੋਰਸਿਸ ਦੇ ਵਿੱਚ ਉਹ ਫਰਦਰ ਜਾ ਸਕਦਾ, ਡਿਪਲੋਮਾ ਇਨ ਰਿਟੇਲ ਮੈਨੇਜਮੈਂਟ ਦੇ ਵਿੱਚ ਜਾ ਸਕਦਾ, ਕੰਪਿਊਟਰ ਦਾ ਸਟੂਡੈਂਟ। ਸੋ ਉਸ ਐਜੂਕੇਸ਼ਨ ਨੂੰ ਜਦੋਂ ਬੈਕ ਰੈਲੀਵੈਂਟ ਨਾਲ ਰੱਖਦੇ ਹੋਏ, ਆਪਾਂ ਪਹਿਲਾਂ ਤੇ ਉਹਦਾ ਫਸਟ ਚੀਜ਼ ਹੋ ਗਈ ਕੱਕਾ, ਉਹਦਾ ਕੋਰਸ ਕੀ ਬਣਦਾ ਸੀ ਰੈਲੀਵੈਂਟ ਐਜੂਕੇਸ਼ਨ ਦੇ ਨਾਲ, ਉਸ ਬੱਚੇ ਦਾ ਉਹ ਕੋਰਸ ਚੂਜ਼ ਹੋਇਆ। ਉਸ ਕੋਰਸ ਤੋਂ ਬਾਅਦ ਕੀ ਚੀਜ਼ ਆਂਦੀ ਆ, ਉਹਦਾ ਕਾਲਜ ਕਿਹੜਾ, ਉਹਦਾ ਕਾਲਜ ਕਿਹੜਾ ਆ। ਹੁਣ ਉਹ ਕਾਲਜ ਕੈਟਾਗਰੀ 1 ਚ ਆ ਰਿਹਾ, 2 ਚ ਆ ਰਿਹਾ, ਉਹ ਪ੍ਰਾਈਵੇਟ ਆ, ਗਵਰਨਮੈਂਟ ਆ। ਮੋਸਟ ਪ੍ਰੋਬਬਲੀ ਜਿੰਨਾ ਬੱਚਾ ਸਾਡੇ ਇੰਸਟੀਚਿਊਟ ਤੋਂ ਜਾਂਦਾ ਹੈ ਬਾਹਰ, ਹਰ ਇੱਕ ਬੱਚੇ ਨੂੰ ਇਹ ਫਸਟ ਸੁਜੈਸ਼ਨ ਦਿੱਤੀ ਜਾਂਦੀ ਕਿ ਬੱਚਾ ਹਮੇਸ਼ਾ ਗਵਰਨਮੈਂਟ ਪੋਲੀਟੈਕਨਿਕ ਦੇ ਵਿੱਚ ਹੋਵੇ, ਕਿਉਂਕਿ ਜੋ ਸਹੂਲਤਾਂ ਸਰਕਾਰੀ ਕਾਲਜਾਂ ਦੇ ਵਿੱਚ ਉੱਥੇ ਮਿਲ ਰਹੀ ਹੈ ਉਹ ਕਿਸੇ ਵੀ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਨਹੀਂ ਮਿਲਦੀ। ਜੋ ਇਨਫਰਾਸਟ੍ਰਕਚਰ ਆ, ਜੋ ਬਿਲਡਿੰਗ ਸਟਰਕਚਰਸ ਨੇ, ਜੋ ਐਜੂਕੇਸ਼ਨ ਸਟਰਕਚਰ ਹੈ ਬਾਹਰ ਗਵਰਨਮੈਂਟ ਕਾਲਜਸ ਦਾ, ਉਹ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਵਿੱਚ ਨਹੀਂ ਮਿਲਣਾ। ਬਟ ਪ੍ਰਾਈਵੇਟ ਦੇ ਵਿੱਚ ਭੇਜਿਆ ਜਾਂਦਾ ਹੈ ਡਿਊ ਟੂ ਜਿਹੜੇ ਕਮਿਸ਼ਨ। ਬਿਲਕੁਲ ਰਾਈਟ ਹੈ। ਰੀਜ਼ਨ ਕੀ ਹੈ ਕਿ ਜਿੰਨੇ ਇੱਥੇ ਕੰਸਲਟੈਂਟ ਅੱਜ ਦੀ ਡੇਟ ਦੇ ਵਿੱਚ ਪੰਜਾਬ 'ਚ ਬੈਠੇ ਨੇ, ਮੋਸਟਲੀ ਉਹਨਾਂ ਦਾ ਟਾਰਗੇਟ ਇੱਕ ਹੀ ਰਹਿ ਗਿਆ, ਮਨੀ ਮਾਈਂਡਡ। ਪੈਸਾ ਆਣਾ ਚਾਹੀਦਾ ਆ, ਬੱਚੇ ਦੇ ਫਿਊਚਰ ਤੋਂ ਕੋਈ ਲੈਣ ਦੇਣ ਨਹੀਂ। ਇਹਦੇ ਅੱਜ ਇੱਕ ਹੋਰ ਵੀ ਚੀਜ਼ ਕਾਊਂਟ ਕਰਦੇ, ਜਿਵੇਂ ਤੁਹਾਡੀ ਕੰਪਨੀ ਹੈ, ਕਾਫੀ ਵਧੀਆ ਨਾਮ ਹੈ ਜਲੰਧਰ ਦੇ ਵਿੱਚ ਜੀ। ਜਦੋਂ ਅਸੀਂ ਦੇਖਦੇ ਹਾਂ ਵੀ ਟਰੈਵਲ ਫਾਈਲ ਜਿਹੜਾ ਉਹ ਬਹੁਤ ਚੱਲਦਾ ਜੀ, ਇੱਕ ਜਗ੍ਹਾ ਤੋਂ ਫਾਈਲ ਆਈ, ਕਿਸੇ ਕੋਲ ਆ ਗਈ, ਦੂਜੇ ਤੋਂ ਮੇਰੇ ਕੋਲ ਆ ਗਈ, ਮੈਂ ਕੋਈ ਲਵਿਸ਼ ਨੂੰ ਦਿੱਤੀ ਜੀ। ਬੱਚਾ ਕਿੱਥੇ ਆਇਆ, ਫਾਈਲ ਕਿੱਥੋਂ ਲੱਗੀ, ਜਿਹੜਾ ਕਮਿਊਨੀਕੇਸ਼ਨ ਗੈਪ ਹੈ, ਜਾਂ 4 ਬੰਦਿਆਂ ਦੇ ਪੈਸੇ ਜਿਹੜੇ ਲੱਗਣੇ ਆ ਉਹਦੇ ਜੀ, ਉਹ ਪੂਰੇ ਕਿੱਥੇ ਹੋਣੇ ਆ, ਪ੍ਰਾਈਵੇਟ ਇੰਸਟੀਚਿਊਟ ਦੀ ਕਮਿਸ਼ਨ 'ਚ ਹੋਣਗੇ। ਬਿਲਕੁਲ। ਸਰਕਾਰੀ ਨੇ ਇੰਨੀ ਕਮਿਸ਼ਨ ਨਹੀਂ ਦੇਣੀ, ਤੇ ਕੋਈ ਵੀ ਮਾੜਾ ਏਜੰਟ ਤੁਹਾਨੂੰ ਸਰਕਾਰੀ 'ਚ ਨਹੀਂ ਭੇਜਣਾ ਚਾਹੇਗਾ। ਬਿਲਕੁਲ ਬਿਲਕੁਲ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਆਪਾਂ ਅਗਰ ਸ਼ੋਅ ਵੀ ਕਰ ਰਹੇ ਹਾਂ ਉਹਦੇ ਵਿੱਚ ਵੀ ਇਹੀ ਦੱਸ ਰਹੇ ਕਿ ਅਗਰ ਤੁਸੀਂ ਨਿਊਜ਼ੀਲੈਂਡ ਪੜ੍ਹਨ ਜਾ ਰਹੇ ਹੋ ਤੇ ਤੁਸੀਂ ਗਵਰਨਮੈਂਟ ਕਾਲਜ ਨੂੰ ਚੂਜ਼ ਕਰੋ। ਉਹਦੇ ਵਿੱਚ ਕੀ ਆ, ਫਰਦਰ ਫਿਊਚਰ ਦੇ ਵਿੱਚ ਉਹਦੀ ਜਿਹੜੀ ਆਫਟਰ ਐਜੂਕੇਸ਼ਨ ਪਲੇਸਮੈਂਟ ਹੋਣੀ ਆ, ਉਹ ਫਸਟ ਪ੍ਰੈਫਰੈਂਸ ਗਵਰਨਮੈਂਟ ਇੰਸਟੀਟਿਊਸ਼ਨਸ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਜਿਹੜੇ ਕਿ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਬੱਚਿਆਂ ਨੂੰ ਨਹੀਂ ਮਿਲਣੀ। ਬੜਾ ਵੱਡਾ ਇੱਕ ਸਾਈਨ ਵੀ ਸਾਹਮਣੇ ਆਉਂਦਾ, ਗਵਰਨਮੈਂਟ ਇੰਸਟੀਚਿਊਟ ਕਿਸੇ ਨੂੰ ਵੀ ਡਾਇਰੈਕਟ ਟਾਈ ਅਪ ਮਾੜੇ ਏਜੰਟ ਨੂੰ ਨਹੀਂ ਦਿੰਦਾ। ਉਹ ਵੀ ਮੇਰੇ ਖਿਆਲ ਆਪਣਾ ਕਰਦੇ ਆ ਪੂਰਾ ਕਿਹਨੂੰ ਆਪਾਂ ਟਾਈ ਅਪ ਦੇਣੇ। ਬਿਲਕੁਲ, ਆਲਰੇਡੀ ਉਹ ਬੈਕ ਰਿਜ਼ਲਟਸ ਦੇਖਦੇ ਨੇ ਉਹਦੇ। ਜੀ ਜੀ। ਆਪਾਂ ਕਿਸੇ ਵੀ ਏਜੰਟ ਦੇ ਕੋਲ ਜਾ ਰਹੇ ਹਾਂ, ਕਿਸੇ ਵੀ ਕੰਸਲਟੈਂਟ ਕੋਲ ਜਾ ਰਹੇ ਹਾਂ, ਪਹਿਲਾਂ ਉਹਦੀ ਕੰਪਨੀ ਬਾਰੇ ਚੈੱਕ ਕਰੋ ਕਿ ਉਹਦਾ ਕੀ ਐਕਸਪੀਰੀਅੰਸ ਹੈਗਾ। ਇੱਕ ਬੰਦਾ ਕਹਿ ਰਿਹਾ ਜੀ ਮੇਰੇ ਲਾਸਟ ਵੀਕ ਪੇਪਰ ਦੇ ਵਿੱਚ ਐਡ ਦੇਖੀ ਜੀ, ਨਿਊਜ਼ੀਲੈਂਡ ਦੇ ਪਿਛਲੇ 2 ਸਾਲਾਂ ਦੇ ਵਿੱਚ 1700 ਕਿੰਨੇ ਵੀਜ਼ੇ। ਨਿਊਜ਼ੀਲੈਂਡ ਦਾ ਇੰਨਾ ਬੱਚਾ ਮੇਰਾ ਇਕੱਲੇ ਉਹਨੇ ਭੇਜਤਾ ਫਿਰ। ਹਾਂ, ਮਤਲਬ ਮੇਰੇ ਹਿਸਾਬ ਨਾਲ ਸ਼ਾਇਦ ਜਲੰਧਰ ਜੋ ਇੰਨਾ ਗਿਆ ਹੋਏਗਾ, ਉਹਨੇ ਇਕੱਲੇ ਨੇ ਲਿਖਿਆ ਸੀ ਕਿ ਇੰਨਾ ਬੱਚਾ। ਸੋ ਤੁਸੀਂ ਦੇਖੋ ਜੀ, ਉਹਨੇ 1700 ਲਿਖਿਆ, ਉਹ 700 ਹੀ ਦਿਖਾ ਦੇਵੇ। ਨਹੀਂ, ਉਹਨੇ ਲਿਖਿਆ 1700 ਇੰਨੇ ਵਜੇ, ਉਹਨੇ ਇਹ ਦਿਨ ਕਿਹਾ ਮੈਂ ਲਵਾਏ। ਬਿਲਕੁਲ ਵੀਜ਼ੇ ਲੱਗੇ ਗਿਆ। ਸੋ ਇੱਥੇ ਐਡਵਰਟਾਈਜ਼ਮੈਂਟ ਨੂੰ ਸਮਝਣ ਦੀ ਲੋੜ ਹੈ, ਬਹੁਤ ਮਿਸਗਾਈਡੈਂਸ ਕ੍ਰੀਏਟ ਹੋ ਰਹੀ ਹੈ। ਸਟੂਡੈਂਟਸ ਆਪਣਾ ਫਾਈਨੈਂਸ਼ੀਅਲੀ ਨੁਕਸਾਨ ਕਰਾ ਰਹੇ, ਇੱਕ ਏਜੰਟ ਆਪਣੇ ਲਾਲਚ ਪਿੱਛੇ ਉਹਨਾਂ ਦੇ ਫਿਊਚਰ ਨਾਲ ਖਿਲਵਾੜ ਕਰ ਰਿਹਾ। ਬਿਲਕੁਲ। ਫਿਊਚਰ ਪੁਆਇੰਟ ਤੋਂ ਸਾਡੇ ਨਾਲ ਜੁੜੇ ਨੇ ਲਵਿਸ਼ ਕਾਲੀਆ ਜੀ, ਤੁਸੀਂ ਦੇਸ਼ ਪ੍ਰਦੇਸ਼ ਦੇਖ ਰਹੇ ਹੋ। ਫਿਊਚਰ ਉਹ ਵਰਡ ਹੈ ਜਿਹੜਾ ਇੱਕ ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟ ਲਈ ਬਹੁਤ ਇੰਪੋਰਟੈਂਟ ਜਿਹੜਾ ਆਪਣਾ ਰੋਲ ਅਦਾ ਕਰਦਾ, ਕਿਉਂਕਿ ਇੱਕ ਫਿਊਚਰ ਸਟੂਡੈਂਟ, ਜਿਵੇਂ ਦੱਸਿਆ ਸੀ ਲਵਿਸ਼ ਨੇ ਬਹੁਤ ਸੋਹਣੀ ਤਰ੍ਹਾਂ, ਹਮੇਸ਼ਾ ਨਿਰਭਰ ਹੋ ਜਾਂਦਾ ਉਹਨਾਂ ਏਜੰਟ ਤੇ। ਅੱਖਾਂ ਬੰਦ ਕਰਕੇ ਯਕੀਨ ਕਰਦਾ। ਯਕੀਨ ਕਰਨਾ ਮਾੜਾ ਨਹੀਂ, ਬਟ ਅੱਖਾਂ ਬੰਦ ਕਰਕੇ ਨਹੀਂ।
ਹਰ ਚੀਜ਼ ਅਵੇਅਰਨੈਸ ਦੇ ਸਦਕੇ ਇੰਟਰਨੈਟ ਤੇ ਅਵੇਲੇਬਲ ਹੈ, ਸਮਾਰਟਫੋਨ ਸਭ ਕੋਲ ਨੇ, ਉਹਦੇ ਉਪਯੋਗ ਵੀ ਕਰੋ। ਇਹ ਨਹੀਂ ਜੋ ਕੋਈ ਕਹਿ ਰਿਹਾ ਉਹਦੇ ਅੱਖਾਂ ਬੰਦ ਕਰਕੇ ਯਕੀਨ ਕਰ ਲਿਆ ਜਾਵੇ। ਬਿਲਕੁਲ, ਆਪਾਂ ਇੱਕ ਲਾਸਟ ਪ੍ਰੋਗਰਾਮ ਕੀਤਾ ਸੀ ਜਾਂ ਸਾਡੇ ਉਹਦੇ ਵਿੱਚ ਵੀ ਆਪਾਂ ਇਹ ਚੀਜ਼ ਦੱਸੀ ਸੀ, ਸਾਡੇ ਕੋਲ ਕੋਈ ਵੀ ਬੱਚਾ ਆਉਂਦਾ ਨਾ, ਅਸੀਂ ਉਹਨੂੰ ਇਹ ਚੀਜ਼ ਕਰੀਦੀ, ਸਾਹਮਣੇ ਕੋਈ ਕੰਸਲਟੈਂਟ ਬੈਠਾ ਉੱਤੇ, ਬੇਸ਼ੱਕ ਅਸੀਂ ਬੈਠੇ ਹਾਂ, ਅਸੀਂ ਜਿਹੜੀ ਵੀ ਗੱਲ ਕਹਿ ਰਹੇ ਹਾਂ, ਆਪਾਂ ਕਮਿਸ਼ਨਸ ਦੀ ਗੱਲ ਕੀਤੀ ਕਿ ਬੰਦੇ ਆਪਣੇ ਕਮਿਸ਼ਨ ਦੇ ਲਾਲਚ ਵਾਸਤੇ ਬਹੁਤ ਮਨਭਾਵਕ ਐਡਸ ਵੀ ਦਿੰਦੇ ਨੇ, ਬੱਚਿਆਂ ਨੂੰ ਗੱਲਾਂ ਵੀ ਸੁਣਾਈਆਂ ਜਾਂਦੀਆਂ ਨੇ। ਕਿਸੇ ਵੀ ਸਾਹਮਣੇ ਵਾਲੇ ਬੰਦੇ ਦੇ ਉੱਤੇ ਯਕੀਨ ਕਰਨ ਤੋਂ ਪਹਿਲਾਂ ਤੁਸੀਂ ਆਪ ਪੜ੍ਹੇ ਲਿਖੇ ਹੋ। ਅੱਜ ਤੁਹਾਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ, ਤੁਸੀਂ ਇੱਕ ਵਿਲੇਜ ਨੂੰ ਬਿਲੋਂਗ ਕਰ ਰਹੇ ਹੋ, ਅਦਰਵਾਈਜ਼ ਇਹੋ ਜੀ ਅੱਜ ਦੀ ਡੇਟ 'ਚ ਹੈ ਨਹੀਂ ਕਿ ਕੋਈ ਵਿਲੇਜਰ ਵੀ ਹੈਗਾ ਅੱਜ ਦੀ ਡੇਟ ਦੇ ਵਿੱਚ ਉਹਨੂੰ ਵੀ ਕੰਪਿਊਟਰ ਦੀ ਨੌਲੇਜ ਨਹੀਂ ਹੈ। ਆਲਰੇਡੀ ਸਾਰਾ ਕੁਝ ਕੰਪਿਊਟਰਾਈਜ਼ਡ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਵੀ, ਖਾਸ ਕਰ ਇੰਡੀਆ 'ਚ ਤੇ ਹੈ ਹੀ ਹੈ। ਸੋ ਤੁਸੀਂ ਬਾਹਰ ਪੜ੍ਹਨ ਜਾ ਰਹੇ ਹੋ, ਜੇ ਤੁਹਾਨੂੰ ਫਿਰ ਵੀ ਨਹੀਂ ਕੰਪਿਊਟਰ ਆਉਂਦਾ ਤੇ ਉਹਨੂੰ ਪਹਿਲਾਂ ਸਿੱਖੋ, ਕਿਉਂਕਿ ਬਾਹਰ ਦੀ ਜਿੰਨੀ ਫੋਰਨ ਤੁਸੀਂ ਐਜੂਕੇਸ਼ਨ ਕਰ ਰਹੇ ਹੋ ਸਾਰੀ ਕੰਪਿਊਟਰ ਬੇਸਡ ਹੈ। ਵਨ ਥਿੰਗ, ਫਿਰ ਤੁਸੀਂ ਸਾਹਮਣੇ ਵਾਲੇ ਏਜੰਟ ਨੂੰ ਚੈੱਕ ਕਰਨਾ ਨਾ ਕਿ ਉਹ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ। ਤੁਸੀਂ ਪੜ੍ਹੇ ਲਿਖੇ ਹੋ, ਵਿਦੇਸ਼ ਪੜਨ ਦਾ ਤੁਸੀਂ ਸੁਪਨਾ ਰੱਖ ਰਹੇ ਹੋ, ਸੋ ਤੁਸੀਂ ਇੰਟਰਨੈਟ ਦੇ ਉੱਤੇ ਇਮੀਗ੍ਰੇਸ਼ਨ ਦੀ ਸਾਈਟ ਦੇ ਉੱਤੇ ਜਾਓ, ਉਹਦੀ ਚੈੱਕਲਿਸਟ ਦੇਖੋ ਕੀ ਕੀ ਰਿਕੁਆਇਰਮੈਂਟ ਨੇ, ਕੀ ਸਾਹਮਣੇ ਵਾਲਾ ਜੋ ਏਜੰਟ ਤੁਹਾਨੂੰ ਦੱਸ ਰਿਹਾ ਉਹ ਸਾਰੀਆਂ ਰਿਕੁਆਇਰਮੈਂਟਸ ਫੁੱਲਫਿਲ ਤੁਹਾਡੀਆਂ ਹੋ ਰਹੀਆਂ ਵਾ, ਜਾਂ ਇਹ ਜੋ ਸਾਹਮਣੇ ਬੈਠਾ ਕਹਿ ਰਿਹਾ ਉਹ ਸੱਚ ਬੋਲ ਰਿਹਾ ਝੂਠ ਬੋਲ ਰਿਹਾ। ਤੁਹਾਨੂੰ ਕਿਸੇ ਕੋ ਪੁੱਛਣ ਦੀ ਜ਼ਰੂਰਤ ਹੀ ਹੈ ਨਹੀਂ, ਹਰ ਚੀਜ਼ ਸਾਹਮਣੇ ਆ ਜਾਏਗੀ, ਤੁਹਾਡੇ ਆਪ ਹੀ ਪਤਾ ਲੱਗ ਜਾਏਗਾ ਕਿਹੜਾ ਝੂਠ ਬੋਲ ਰਿਹਾ ਕਿਹੜਾ ਸੱਚ ਬੋਲ ਰਿਹਾ। ਇੱਥੇ ਬਹੁਤ ਸੋਹਣੀ ਇੱਕ ਪੁਆਇੰਟ ਆ ਜਿਹੜਾ ਉਠਾਇਆ ਲਵਿਸ਼ ਜੀ ਨੇ ਵੀ ਸਮਾਰਟਫੋਨ ਸਭ ਕੋਲ ਨੇ, ਲੈਪਟਾਪ ਸਭ ਕੋਲ ਨੇ। ਇੱਕ ਫੇਸਬੁੱਕ ਤੇ WhatsApp ਤੋਂ ਅੱਗੇ ਨਿਕਲਣ ਦੀ ਲੋੜ ਹੈ, ਉਹ ਤੋਂ ਅੱਗੇ ਸੋਚ ਜਿਹੜੀ ਆਪਣੀ ਫਿਊਚਰ ਪ੍ਰਤੀ ਬਣਾਓ ਤਾਂ ਕਿ ਇੱਕ ਸਹੀ ਅਵੇਅਰਨੈਸ ਤੁਹਾਡੇ ਤੱਕ ਪਹੁੰਚ ਸਕੇ। ਸਟਾਰ ਕੰਡੀਸ਼ਨ ਅਪਲਾਈ ਇੱਥੇ ਜਿਹੜਾ ਹੁੰਦਾ ਉਹ ਤੁਹਾਡੇ ਲਈ ਜਿਹੜਾ ਘਾਤਕ ਸਾਬਤ ਨਾ ਹੋਵੇ। ਜਿਹੜਾ ਅਸੀਂ ਗੱਲ ਕਰ ਰਹੇ ਹਾਂ ਇੱਥੇ ਕੰਸਲਟੈਂਟ, ਪਹਿਲੇ ਕੱਕੇ ਦੀ ਗੱਲ ਹੋਈ ਕੰਸਲਟੈਂਟ ਦੀ, ਦੂਜੇ ਦੀ ਹੋਈ ਕੰਟਰੀ ਦੀ ਤੇ ਕਾਲਜ ਦੀ। ਜਿਹੜੇ ਸਰਕਾਰੀ ਕਾਲਜ ਨੇ ਉਹ ਚੂਜ਼ ਕਰਨੇ ਚਾਹੀਦੇ ਨੇ। ਅੱਜ ਦੀ ਡੇਟ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ, ਵਿਦਆਊਟ ਆਈਲੈਟਸ ਦਾ ਕਰੇਜ਼ ਦੇਖਿਆ, ਬਟ ਇੱਥੇ ਸਮਝਣ ਦੀ ਲੋੜ ਹੈ ਵੀ ਵਿਦਆਊਟ ਆਈਲੈਟਸ ਪ੍ਰੋਫਾਈਲ ਕਿਹੜੀ ਹੈ ਜਿਹਨੂੰ ਵੀਜ਼ਾ ਮਿਲਣਾ ਹੈ ਤੇ ਐਕਚੁਅਲ ਦੇ ਵਿੱਚ ਰਿਕੁਆਇਰਮੈਂਟਸ ਕੀ ਮੰਗਦੀ ਹੈ ਨਿਊਜ਼ੀਲੈਂਡ ਇੰਗਲਿਸ਼ ਨੂੰ ਲੈ ਕੇ ਤੇ ਅਕੈਡਮਿਕ ਡਾਕੂਮੈਂਟਸ ਨੂੰ ਲੈ ਕੇ। ਸਾਰੀ ਰਿਜੈਕਸ਼ਨ ਦਾ ਇੱਕ ਹੋਰ ਰੀਜ਼ਨ ਹੈਗਾ ਆ, ਕੰਸਲਟੈਂਟਸ ਆਪਣੇ ਫਾਇਦੇ ਲਈ ਤੇ ਬੱਚੇ ਦੇ ਨੁਕਸਾਨ ਲਈ ਕੀ ਕਰ ਰਹੇ ਨੇ। ਅੱਜ ਦੀ ਡੇਟ ਦੇ ਵਿੱਚ ਇੱਕ ਬੱਚਾ ਉਹਨਾਂ ਦੇ ਕੋਲ ਆ ਰਿਹਾ, ਵਿਦਆਊਟ ਆਈਲੈਟਸ ਹੋ ਜਾਏਗਾ ਜੀ, ਕੀ ਰਿਕੁਆਇਰਮੈਂਟ ਹੈ ਤੇਰੇ, ਬਸ ਆ ਅਕੈਡਮਿਕ ਚਾਹੀਦੇ ਨੇ ਤੇ ਆ ਦੇ ਦੇ ਤੇ ਅਪਲਾਈ ਹੋ ਜਾਏਗਾ। ਕਾਲਜ ਨੇ ਉਹਦੀ ਇੰਟਰਵਿਊ ਕਰਨੀ ਹੈ ਟੈਲੀਫੋਨਿਕ, ਉਹਦਾ ਇੰਗਲਿਸ਼ ਲੈਵਲ ਚੈੱਕ ਕਰਨ ਲਈ। ਬੱਚੇ ਨੂੰ ਕੀ ਕਹਿ ਰਹੇ ਨੇ, ਤੇਰੀ ਇੰਨੀ ਫੀਸ ਲੱਗੇਗੀ, ਤੇਰੀ ਇੰਟਰਵਿਊ ਕਲੀਅਰ ਹੋ ਜਾਏਗੀ ਕਾਲਜ ਦੀ। ਅੱਛਾ ਜੀ, ਉਹ ਬੱਚੇ ਦੀ ਜਗ੍ਹਾ ਤੇ ਆਪ ਇੰਟਰਵਿਊ ਕਲੀਅਰ ਕਰ ਰਹੇ ਨੇ, ਬੱਚੇ ਨੂੰ ਨਹੀਂ ਪਤਾ। ਕਾਲਜ ਤੇ ਤੁਸੀਂ ਦੇ ਦਿੱਤੀ, ਜਦੋਂ ਐਮਬੈਸੀ ਨੇ ਉਹਨੂੰ ਫਿਜ਼ੀਕਲੀ ਇੰਟਰਵਿਊ ਵਾਸਤੇ ਬੁਲਾ ਲਿਆ, ਉੱਥੇ ਬੱਚੇ ਦਾ ਇੰਗਲਿਸ਼ ਲੈਵਲ ਕੀ ਕਹੇਗਾ, ਉਸ ਜਗ੍ਹਾ ਤੇ ਬੱਚਾ ਕਿੱਥੇ ਸਟੈਂਡ ਕਰਦਾ ਹੈ, ਬੰਦੇ ਦੀ ਰਿਜੈਕਸ਼ਨ ਹੋ ਗਈ। ਜਦ ਕਿ ਜਨਰਲੀ ਕੀ ਚਾਹੀਦਾ, ਹਾਂ ਬੱਚੇ ਦਾ ਨਹੀਂ ਇੰਗਲਿਸ਼ ਦਾ ਲੈਵਲ ਹੈਗਾ, ਬੱਚੇ ਨੂੰ ਤੁਸੀਂ 1 ਮਹੀਨਾ ਇੰਗਲਿਸ਼ ਪੜਾਓ। ਸਾਡੇ ਕੋਲ ਆਈਲੈਟਸ ਨਹੀਂ ਲੈਣਾ, ਉਹਨੂੰ ਸਪੋਕਨ ਦਾ ਕੋਰਸ ਕਰਾਓ ਬੱਚੇ ਨੂੰ ਕਮ ਸੇ ਕਮ, ਕਿਉਂਕਿ ਬੱਚੇ ਨੇ ਉੱਥੇ ਬਾਹਰ ਜਾ ਕੇ ਦੇਖੋ ਪੜ੍ਹਨਾ ਇੰਗਲਿਸ਼ 'ਚ, ਲਿਖਣਾ ਇੰਗਲਿਸ਼ 'ਚ, ਸੁਣਨੀ ਇੰਗਲਿਸ਼, ਬੋਲਣੀ ਇੰਗਲਿਸ਼। ਦੇਖੋ ਇੱਥੇ ਪ੍ਰੈਫਰ ਲਵੀ ਜੀ ਮੈਂ ਕਹੂੰਗਾ ਬੱਚੇ ਨੂੰ ਵੀ ਕਰਨਾ ਚਾਹੀਦਾ ਇੰਗਲਿਸ਼ ਨੂੰ। ਇੰਗਲਿਸ਼ ਕੰਟਰੀ ਦੇ ਵਿੱਚ ਜਾ ਰਿਹਾ, ਉੱਥੇ ਕਮਿਊਨੀਕੇਸ਼ਨ ਕਿਵੇਂ ਕਰੇਗਾ? ਬਿਲਕੁਲ, ਕਿਉਂਕਿ ਬੱਚਾ ਸਾਡੇ ਕੋਲ ਹੁੰਦਾ, ਕੰਸਲਟੈਂਟ ਵੀ ਮੇਰੇ ਖਿਆਲ ਦੇ ਨਾਲ ਸ਼ਾਇਦ ਕਿਸੇ ਹੱਦ ਤੱਕ ਬਾਅਦ ਚ ਗਲਤ ਹੁੰਦਾ, ਪਹਿਲਾਂ ਬੱਚਾ ਹੀ ਹੁੰਦਾ ਜੀ। ਮੈਂ ਤੇ ਬਾਹਰ ਜਾਣਾ, ਤੁਸੀਂ ਦੱਸੋ ਕਿੱਦਾਂ ਪਹੁੰਚਾਂਗਾ? ਅੰਗਰੇਜ਼ੀ ਨਹੀਂ ਪੜ੍ਹਨਾ, ਅੰਗਰੇਜ਼ੀ ਨਹੀਂ ਮੈਂ ਪੜ੍ਹ ਸਕਦਾ। ਜੇ ਤੂੰ ਅੰਗਰੇਜ਼ੀ ਪੜ੍ਹ ਨਹੀਂ ਸਕਦਾ ਤੇ ਤੂੰ ਬਾਹਰ ਦਾ ਸੁਪਨਾ ਦੇਖਣਾ ਮੇਰੇ ਹਿਸਾਬ ਨਾਲ ਛੱਡ ਦੇ। ਜੀ ਬਿਲਕੁਲ, ਜਿਹੜੀ ਚੀਜ਼ ਆਪਾਂ ਬਾਹਰ ਜਾ ਕੇ ਕਰਨ ਨੂੰ ਤਿਆਰ ਆ, ਕਿਉਂ ਨਾ ਅੱਜ ਆਪਾਂ ਪਹਿਲਾਂ ਇੰਡੀਆ 'ਚ ਅਸੈਪਟ ਕਰੀਏ। ਲਵੀ ਜੀ ਇੱਥੇ ਪੁਰਾਣਾ ਸਮਾਂ ਯਾਦ ਆਉਂਦਾ ਜਦੋਂ ਕਬੂਤਰਬਾਜੀ ਦਾ ਸਮਾਂ ਸੀਗਾ, ਇੱਥੋਂ ਚੱਲਦੇ ਸੀ, ਪਹੁੰਚਣ ਤੱਕ ਦਾ ਮੋਟਿਵ ਹੁੰਦਾ ਸੀ ਵੀ ਪਹੁੰਚ ਜਾਈਏ ਜੀ। ਅੱਜ ਵੀ ਸਟੂਡੈਂਟ ਵੀਜ਼ਾ ਨੂੰ ਕੁਝ ਜਿਹੜੇ ਬੰਦਿਆਂ ਨੇ ਉਹ ਬਣਾ ਲਿਆ ਸਿਰਫ ਪਹੁੰਚਣਾ, ਬਿਲਕੁਲ ਪਹੁੰਚ ਕੇ ਕਰਨਾ ਕੀ ਹੈ ਉਹ ਸਮਝ ਨਹੀਂ ਆ ਰਹੀ। ਐਕਚੁਅਲ ਸਟੂਡੈਂਟ ਵੀਜ਼ਾ ਸਮਝਣ ਦੀ ਲੋੜ ਆ, ਸਟੂਡੈਂਟਸ ਲਈ ਆ। ਦੇਖੋ ਇੱਕ ਸਟੂਡੈਂਟ ਜਦੋਂ ਬਾਹਰ ਜਾਂਦਾ ਨਾ, ਅੱਜ ਦੀ ਡੇਟ ਦੇ ਵਿੱਚ ਸ਼ਾਇਦ ਉਹ ਸਮਝਦਾ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੈ ਤੇ ਮੇਰੀ ਪੀਆਰ ਹੀ ਹੋ ਗਈ ਜੀ। ਬਿਲਕੁਲ, ਹਰ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਇਹ ਆ, ਪੇਰੈਂਟਸ ਦੇ ਮਾਈਂਡ ਦੇ ਵਿੱਚ ਤੁਸੀਂ ਵੀਜ਼ਾ ਲਵਾ ਦਿਓ, ਬਾਕੀ ਦਾ ਮੈਂ ਕਰ ਲੂੰਗਾ, ਕੰਮ ਅਸੀਂ ਆਪ ਹੀ ਕਰ ਲਾਂਗੇ। ਲੇਕਿਨ ਜਦ ਤੱਕ ਉਹ ਉਸ ਕੰਟਰੀ ਦੇ ਵਿੱਚ ਜਾ ਕੇ ਰੈਦਰ ਦੈਨ ਇੰਗਲੈਂਡ ਜਾ ਰਿਹਾ ਆ, ਠੀਕ ਹੈ, ਇੰਗਲਿਸ਼ ਦੀ ਸਭ ਤੋਂ ਔਖੀ ਆਪਾਂ ਗੱਲ ਕਰੀਏ ਤੇ ਪੀਆਰ ਜਿਹਨੂੰ ਆਪਾਂ HSMP ਕਹਿੰਦੇ, ਹਾਇਰ ਸਕਿਲ ਮਾਈਗ੍ਰੇਸ਼ਨ ਪਰਮਾਨੈਂਟ। ਸੋ ਉਸ ਤੋਂ ਬਾਅਦ ਕੈਨੇਡਾ ਦੀ ਗੱਲ ਕਰ ਲਈਏ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਰਾਈਟ, ਨਿਊਜ਼ੀਲੈਂਡ ਦੀ ਗੱਲ ਕਰ ਲਈਏ। ਅਗਰ ਇੱਕ ਬੱਚਾ ਜਦੋਂ ਬਾਹਰ ਜਾ ਰਿਹਾ ਆ, ਉਸ ਕੰਟਰੀ ਦੀ ਐਜੂਕੇਸ਼ਨ ਨੂੰ ਫੋਲੋ ਨਹੀਂ ਕਰ ਰਿਹਾ ਤੇ ਉਹਦੀ ਪੀਆਰ ਕਿਸੇ ਵੀ ਹੱਦ ਵਿੱਚ ਨਹੀਂ ਹੋ ਸਕਦੀ। ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਹਾਂ, ਉਹਦੀ ਪਾਲਿਸੀ ਹੈ ਜੀ। ਆਪਾਂ ਗੱਲ ਕਰਦੇ ਹਾਂ ਸਟੱਡੀ, ਵਰਕ ਐਂਡ ਸੈਟਲ। ਬਿਲਕੁਲ, ਬਟ ਪਹਿਲਾਂ ਕੀ ਹੈ ਸਟੱਡੀ, ਉਹ ਸਟੱਡੀ ਤਾਂ ਹੋਏਗੀ ਜੇ ਅੰਗਰੇਜ਼ੀ ਆਉਂਦੀ ਹੈ। ਪਹਿਲੀ ਪੌੜੀ ਆਪਾਂ ਤੱਕੇ ਨਾਲ ਚੜਾਂਗੇ ਤੇ ਅਗਲੀਆਂ ਚੜ ਪਾਵਾਂਗੇ, ਪਹਿਲੀ ਤੇ ਆਪਾਂ ਡੋਲ ਜਾਾਂਗੇ। ਬਹੁਤ ਸਾਰੇ ਬੱਚੇ ਹੁੰਦੇ ਆ ਇੱਥੋਂ ਐਜੂਕੇਸ਼ਨ ਨੂੰ ਆਪਣਾ ਮੋਟਿਵ ਬਣਾ ਕੇ ਜਾਂਦੇ ਨੇ, ਉੱਥੇ ਪਹੁੰਚਦੇ ਨੇ, ਉਹ ਦੇਖਦੇ ਯਾਰ ਮੇਰੇ ਨਾਲ ਦਾ ਕੋਈ ਪੁਰਾਣਾ ਜਿਹਨੇ ਆਲਰੇਡੀ ਗਲਤੀ ਕੀਤੀ ਹੋਈ, ਉਹਨੂੰ ਦੱਸਦਾ ਹੈ ਕਿ ਯਾਰ ਮੈਂ ਤੇ ਕੰਮ ਤੇ ਜਾ ਰਿਹਾ ਵਾਂ, ਮੈਂ ਕਾਲਜ ਦੀਆਂ ਕਲਾਸਾਂ ਅਟੈਂਡ ਨਹੀਂ ਕਰਦਾ, ਤੂੰ ਵੀ ਆਪਣੇ ਕਾਲਜ ਨੂੰ ਛੱਡ, ਆਪਾਂ ਪੈਸਾ ਕਮਾਈਏ। 2 ਸਾਲ ਬਾਅਦ ਉਹ ਬੰਦਾ ਇੰਡੀਆ ਵਾਪਸ ਆਉਂਦਾ, ਰੀਜ਼ਨ ਬੀਇੰਗ ਨਾ ਉਹਦੀ ਅਟੈਂਡੈਂਸ ਕੰਪਲੀਟ ਸੀ, ਨਾ ਅਸਾਈਨਮੈਂਟਸ ਕੰਪਲੀਟ ਸੀ।
ਉਹ ਬੱਚੇ ਇੰਡੀਆ ਵਾਪਸ ਆ ਕੇ ਹੁੰਦਾ ਕਿ ਨਹੀਂ ਯਾਰ ਨਿਊਜ਼ੀਲੈਂਡ ਪੀਆਰ ਨਹੀਂ ਮਿਲਦੀ, ਪੀਆਰ ਨਹੀਂ ਮਿਲਦੀ, ਬਾਤ ਬਿਲਕੁਲ। ਉਹ ਮਿਸਗਾਈਡੈਂਸ ਦੂਸਰੇ ਨੂੰ ਵੀ ਦੇ ਰਿਹਾ। ਰੀਜ਼ਨ ਇਹ ਨਹੀਂ ਦੱਸਣਾ ਉਹਨੇ ਕਿ ਹੋ ਗਈ ਨਾ, ਆਪਣੀ ਗਲਤੀ ਉਹਨੇ ਕੀ ਇਹ ਨਹੀਂ ਦੱਸਣਾ ਕਿ ਮੇਰੀ ਗਲਤੀ ਸੀ, ਮੈਂ ਕਾਲਜ ਨਹੀਂ ਅਟੈਂਡ ਕੀਤਾ ਸੀ, ਮੈਂ ਅਸਾਈਨਮੈਂਟਸ ਨਹੀਂ ਸਬਮਿਟ ਕਰਵਾਈਆਂ ਸੀ, ਮੈਂ ਕਾਲਜ ਗਿਆ ਹੀ ਨਹੀਂ, ਮੈਂ ਜੌਬ ਨਹੀਂ ਕੀਤਾ, ਮੈਂ ਤਾਂ ਖੇਤਾਂ ਜਾ ਕੇ ਕੁਝ ਨਾ ਕੀ ਵੀ ਤੋੜਦਾ ਰਿਹਾ, ਮੈਂ ਕੀ ਵੀ ਤੋੜਦਾ ਰਿਹਾ। ਰੀਜ਼ਨ ਕਿ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਨੈਗੇਟਿਵ ਫੈਲਾਉਂਦੀਆਂ। ਬਟ ਅਗਰ ਮੇਰੇ ਅਕੋਰਡਿੰਗਲੀ ਅਗਰ ਆਪਾਂ ਗੱਲ ਕਰੀਏ ਐਫਟੀਐਸ ਦੇ ਨਿਊਜ਼ੀਲੈਂਡ ਦੇ ਵਿੱਚ, ਬੱਚਾ 1 ਸਾਲ ਦਾ ਵਾਸਤੇ ਉਹਦੇ ਫੰਡਸ ਨਾਲ ਲਿਵਿੰਗ ਦੇ ਟ੍ਰਾਂਸਫਰ ਹੋ ਰਹੇ ਨੇ, ਅਕਮੋਡੇਸ਼ਨ ਉਹਨੂੰ ਕੋਈ ਦਿੱਕਤ ਨਹੀਂ ਆਂਦੀ, 20 ਘੰਟੇ ਫਿਰ ਵੀ ਉਹ ਲੀਗਲੀ ਕੰਮ ਵੀ ਕਰੇ ਨਾ ਬੱਚਾ, ਤੇ ਆਪਣੇ ਰਹਿਣ ਦੇ ਤੇ ਖਾਣ ਪੀਣ ਦੇ ਖਰਚੇ ਉਦਾਂ ਹੀ ਕੱਢ ਸਕਦਾ ਉਹ, ਰਾਈਟ। ਕਮਾਨ ਨੂੰ ਸੋਚੇ ਹੀ ਨਾ ਕਿ ਮੈਂ ਪੈਸਾ ਜੋੜਨ ਆਇਆ ਇੱਥੇ। ਉਹ 2 ਸਾਲ ਤੱਕ ਅਗਰ ਇੱਕ ਬੱਚੇ ਦੀ ਐਜੂਕੇਸ਼ਨ ਹੈਗੀ ਆ, ਉਸ ਟਾਈਮ ਡਿਊਰੇਸ਼ਨ ਦੇ ਵਿੱਚ ਉਹਦਾ ਸਿਰਫ ਤੋਂ ਸਿਰਫ ਇੱਕੋ ਹੀ ਮੋਟਿਵ ਹੋਣਾ ਚਾਹੀਦਾ, ਦੈਟ ਇਜ਼ ਐਜੂਕੇਸ਼ਨ। ਕੰਮ ਉਹਦਾ ਟਾਰਗੇਟ ਨਹੀਂ ਹੋਣਾ ਚਾਹੀਦਾ। ਡਿਊਰਿੰਗ ਸਟੱਡੀ ਜੇ ਮਿਲਦਾ ਉਹ ਕਰਨਾ ਮਾੜੀ ਗੱਲ ਨਹੀਂ, ਬਟ 20 ਘੰਟੇ ਕਰੀ ਉਹ ਕੰਮ ਲੀਗਲੀ ਵੀਕ ਦੇ ਪਹਿਲ ਨਹੀਂ ਹੋਣੀ ਚਾਹੀਦੀ। ਬਿਲਕੁਲ ਪਹਿਲ ਨਹੀਂ, ਫਸਟ ਪ੍ਰੈਫਰੈਂਸ ਜਿਹੜੀ ਉਹ ਐਜੂਕੇਸ਼ਨ ਹਮੇਸ਼ਾ ਹਰ ਇੱਕ ਬੱਚੇ ਨੂੰ ਹੁੰਦੀ ਆ। ਤੁਹਾਡੇ ਮਾਪੇ ਨੇ ਉਹਨਾਂ ਨੇ ਸਾਰੀ ਉਮਰ ਪੈਸਾ ਜੋੜਿਆ, ਉਹ ਪੈਸਾ ਜੋੜ ਕੇ 1-1 ਰੁਪਿਆ ਜੇ ਤੁਸੀਂ ਉਹਨੂੰ ਅਰਥੇ ਲਾਣਾ ਹੈ ਨਾ, ਤੇ ਉਹਨੂੰ ਤਰੀਕੇ ਨਾਲ ਲਾਓ ਜੀ। ਬਿਲਕੁਲ, ਜੇ ਉਹਦਾ ਅਰਥ ਹੀ ਨਹੀਂ ਨਿਕਲੇਗਾ। ਦੇਖੋ ਮਾਪੇ ਨੇ ਜਿੰਨੀ ਇਨਵੈਸਟਮੈਂਟ ਤੁਹਾਡੇ ਲਈ ਜੋੜੀ ਸੀ, ਹੋ ਸਕਦਾ ਤੁਸੀਂ ਇਕੱਲੇ ਉਹਨਾਂ ਦੇ ਬੱਚੇ ਹੋ, ਕੋਈ ਸਿਸਟਰ ਹੈ ਜਾਂ ਕੋਈ ਹੋਰ ਬ੍ਰਦਰ ਹੈ, ਉਹਦੇ ਵਾਸਤੇ ਵੀ ਆ, ਕੋਈ ਸਰਵਿਸ ਸੈਕਟਰ ਦੇ ਵਿੱਚੋਂ ਆਏ ਨੇ, ਕੋਈ ਪਿੰਡਾਂ ਦੇ ਵਿੱਚੋਂ ਆਏ ਨੇ, ਐਗਰੀਕਲਚਰ ਹੈ, ਠੀਕ ਹੈ। ਉਹ ਸਾਰੇ ਕਿੱਦਾਂ ਉਹਨਾਂ ਨੇ ਮਾਪਿਓ ਨੇ ਪੈਸਾ ਜੋੜਿਆ ਵਾ। ਅਗਰ ਤੁਸੀਂ ਉਸ ਪੈਸੇ ਨੂੰ ਮਤਲਬ ਸਮਝਦੇ ਹੋ ਕਿ ਹਾਂ ਵੀ ਸਾਡੇ ਬਾਪ ਨੇ ਆ ਇੰਨੇ ਸਾਲ ਦੀ ਕਮਾਈ ਦੇ ਵਿੱਚੋਂ ਇੰਨੀ ਕਮਾਈ ਮੇਰੇ ਉੱਤੇ ਲਗਾ ਦਿੱਤੀ ਹੈ, ਤੇ ਮੈਂ ਇਹ ਕਮਾਈ ਜਿਹੜੀ ਉਹ ਜ਼ਾਇਆ ਨਹੀਂ ਜਾਣ ਦੇਣੀ। ਬੇਸ਼ੱਕ ਤੁਸੀਂ ਅੱਜ ਫੋਰ ਐਗਜ਼ਾਮਪਲ ਨਿਊਜ਼ੀਲੈਂਡ ਦੇ ਵਿੱਚ ਆਪਾਂ ਗਏ ਆ, ਆਪਣੀ ਕਾਲਜ ਦੀ ਫੀਸ ਆਂਦੀ ਪਈ $16-17,000, ਠੀਕ ਹੈ। ਬੱਚਾ ਕਹਿੰਦਾ ਜੀ ਇੰਡੀਆ ਦਾ ਬਣਿਆ ਜੀ 7.5-8 ਲੱਖ ਰੁਪਈਆ, 8.5 ਲੱਖ ਰੁਪਈਆ। ਮੈਂ ਤਾਂ ਜੀ 2 ਸਾਲ ਨਿਊਜ਼ੀਲੈਂਡ ਲਾਇਆ, ਮੈਂ 15 ਲੱਖ ਰੁਪਇਆ ਕਮਾ ਵੀ ਲਿਆ। ਉਹ ਕਿਸੇ ਅਰਸੇ ਦਾ ਨਹੀਂ ਹੈਗਾ। ਉਸ 15 ਲੱਖ ਨੂੰ ਕੀ ਕਰਨਾ ਜਿਹਨੇ ਗਾਂ ਦਾ ਫਿਊਚਰ ਹੀ ਤੁਹਾਡਾ ਖਤਮ ਕਰਤਾ। ਸੁਪਨਾ ਕੀ ਦੇਖ ਕੇ ਗਏ ਸੀ ਸੈੱਟ ਹੋਣਾ, ਹਾਂ, ਆਪਣੀਆਂ ਗਲਤੀਆਂ ਕਰਕੇ ਸੈੱਟ ਨਹੀਂ ਹੋ ਪਾਏ। ਕਈ ਵਾਰ ਤੇ ਇਹ ਤੇ 15 ਲੱਖ ਮੈਂ ਐਗਜ਼ਾਮਪਲ ਦਿੱਤੀ ਕਿ ਬੱਚਾ ਕਹਿੰਦਾ ਕਿਉਂ ਇਹ ਕਿਹੜਾ ਲੈ ਕੇ ਆ ਰਿਹਾ ਜਿਹੜਾ ਜਾ ਕੇ ਸਿਰਫ 2 ਸਾਲ ਬਾਅਦ ਵਾਪਸ ਹੀ ਆ ਜਾਂਦਾ, ਜਿਹਦਾ ਕੋਈ ਰੀਜ਼ਨ ਨਹੀਂ। ਬਹੁਤ ਸਾਰੇ ਬੰਦੇ ਉਹ ਆ ਜਿਹੜਾ ਇਹ ਸੁਪਨਾ ਲੈ ਲੈਂਦੇ ਆਪਾਂ ਪੜ੍ਹਾਈ ਨਹੀਂ ਕਰਾਂਗੇ ਕੰਮ ਕਰਾਂਗੇ, ਤੇ ਜਿਹੜਾ ਪੜ੍ਹਾਈ ਤੇ ਪੈਸਾ ਲਾਇਆ ਹੁੰਦਾ ਉਹ ਵੀ ਜ਼ਾਇਆ ਚੱਲ ਜਾਂਦਾ ਜੀ। ਮੇਨ ਇੱਥੇ ਤਾੜੀ 2 ਹੱਥਾਂ ਨਾਲ ਹੀ ਵੱਜ ਰਹੀ ਹੈ। ਜੇ ਕੰਸਲਟੈਂਟ ਗਲਤ ਹੈ ਤਾਂ ਕਿਤੇ ਬੱਚੇ ਦੀ ਸੋਚ ਵੀ ਗਲਤ ਹੈ। ਜਿਹੜੇ ਬੱਚਿਆਂ ਦੀ ਸੋਚ ਗਲਤ ਆ ਉਹ ਇਦਾਂ ਜਿਹੜੇ ਗਲਤ ਕੰਮ ਨੂੰ ਪੈ ਜਾਂਦੇ ਨੇ, ਤੇ ਕੰਮ ਵਾਲੇ ਪਾਸੇ ਪੈ ਕੇ ਆਪਣੀ ਫੀਡਬੈਕ ਜਿਹੜੀ ਮਾੜੀ ਦਿੰਦੇ ਆ। ਬਟ ਅੱਜ ਦੀ ਡੇਟ 'ਚ ਗੱਲ ਕਰੀਏ SOP ਤੋਂ ਸ਼ੁਰੂ ਕਰਦੇ ਆ। ਉਹਦੀ ਇੰਪੋਰਟੈਂਟ ਕੀ ਰਹਿੰਦੀ ਹੈ, ਕਿਉਂ ਇਨਵੋਲਵਮੈਂਟ ਨਹੀਂ ਰੱਖੀ ਜਾਂਦੀ ਸਟੂਡੈਂਟ ਦੀ, ਤੇ ਉਹਦੀ ਡਿਸਐਡਵਾਂਟੇਜ ਕੀ ਹੁੰਦੀ ਹੈ ਸਟੂਡੈਂਟ ਨੂੰ, ਉੱਥੋਂ ਸ਼ੁਰੂ ਕਰਕੇ ਇੱਕ ਪ੍ਰੋਪਰ ਕਾਉਂਸਲਿੰਗ ਲੈਣਾ ਚਾਹੂੰਗਾ ਲਵਿਸ਼ ਜੀ ਤੁਹਾਡੇ ਤੋਂ, ਜਿਹੜਾ ਨਿਊਜ਼ੀਲੈਂਡ ਜਾਣਾ ਚਾਹੁੰਦਾ। ਕੀ ਕਹਿਣਾ, SOP ਤੋਂ ਸ਼ੁਰੂ ਕਰੀਏ। ਅਗਰ ਆਪਾਂ SOP ਦੀ ਗੱਲ ਲਈਏ, ਏਜੰਟਸ ਦਾ ਕੀ ਕੰਮ ਹੋ ਗਿਆ ਅੱਜ ਦੀ ਡੇਟ ਦੇ ਵਿੱਚ। ਨੈਟ ਤੋਂ ਇੱਥੋਂ ਮੈਟਰ ਚੱਕਿਆ, ਬੱਚੇ ਦੀ ਆ ਫੀ ਬੈਕਗ੍ਰਾਉਂਡ ਸਟੱਡੀ ਆ ਉਹਦੀ ਫਰਦਰ ਸਟੱਡੀ ਆ, ਠੀਕ ਹੈ, ਉਹਦਾ ਜੋ ਵੀ ਉਹਦੇ ਵਿੱਚ ਸਿਸਟਮ ਆ, ਉਹਦੀ ਡਾਕੂਮੈਂਟੇਸ਼ਨ ਅੱਜ ਕੱਲ੍ਹ ਤਾਂ ਪ੍ਰਿੰਟ ਆਊਟ ਹੀ ਪਏ ਆ, ਨਾਮ ਹੀ ਚੇਂਜ ਕਰਨਾ ਹੁੰਦਾ, ਉਹ ਨਾਮ ਚੇਂਜ ਕਰ ਦਿੰਦੇ। ਜਦ ਕਿ ਉਸ ਬੱਚੇ ਦੀ ਜਦੋਂ ਇੰਟਰਵਿਊ ਆਉਂਦੀ ਹੈ ਨਾ, ਉਹਨੂੰ ਕੁਝ ਨਹੀਂ ਪਤਾ ਉਹਨੇ SOP 'ਚ ਕੀ ਲਿਖਿਆ ਸੀ। ਉਹ ਰਿਜੈਕਸ਼ਨ ਦਾ ਕਾਰਨ, ਉਹ ਰਿਜੈਕਸ਼ਨ ਦਾ ਕਾਰਨ, ਸਭ ਤੋਂ ਵੱਡਾ ਰਿਜੈਕਸ਼ਨ ਦਾ ਕਾਰਨ ਹੀ SOP ਆ, ਸਟੇਟਮੈਂਟ ਆਫ ਪਰਪਸ, ਜਿਹੜੀ ਬੱਚੇ ਨੂੰ ਪਤਾ ਹੀ ਨਹੀਂ ਹੈਗੀ ਕੀ ਹੈਗੀ ਆ। ਫਿਰ ਸੈਕੰਡ ਆਂਦਾ ਨਾਲ ਬੱਚੇ ਦੀ ਇੰਟਰਵਿਊ ਪ੍ਰੈਪਰੇਸ਼ਨ, ਜਿਹੜੀ ਬੱਚੇ ਨੂੰ ਕਰਾਈ ਨਹੀਂ ਜਾਂਦੀ। ਮੋਸਟਲੀ ਬੱਚਿਆਂ ਨੂੰ ਦੱਸਿਆ ਜਾਂਦਾ ਆ ਕਿ ਤੁਹਾਡੀ ਇੰਟਰਵਿਊ ਤੁਸੀਂ ਆਇਲਸ ਕੀਤੀ। ਫੋਰ ਐਗਜ਼ਾਮਪਲ ਇੱਕ ਬੱਚੇ ਨੇ ਆਇਲਸ ਵੀ ਕੀਤੀ, ਉਹ ਵੀ ਨਿਊਜ਼ੀਲੈਂਡ ਅਪਲਾਈ ਕਰ ਰਿਹਾ, ਵਿਦਆਊਟ ਆਇਲਸ ਤੇ ਕਰ ਹੀ ਰਿਹਾ ਜੀ। ਇੱਕ ਬੱਚੇ ਨੇ ਆਇਲਸ ਕੀਤੀ ਆ, ਇੱਕ ਬੱਚੇ ਨੇ ਨਹੀਂ ਕੀਤੀ। ਇੰਟਰਵਿਊ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਵੀਜ਼ਾ ਅਫਸਰ ਤੇ, ਨਾ ਕਿ ਕੰਸਲਟੈਂਟ ਦੇ ਉੱਤੇ। ਕਿਤੇ ਲਿਖਿਆ ਨਹੀਂ ਇਮੀਗ੍ਰੇਸ਼ਨ ਦੀ ਸਾਈਡ ਦੇ ਉੱਤੇ ਕਿ ਬੱਚੇ ਦੇ ਆਇਲਸ ਦੇ 6.5 ਬੈਂਡ ਆ ਤੇ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਬੱਚੇ ਦੀ ਇੰਟਰਵਿਊ ਕੰਡਕਟ ਨਹੀਂ ਕਰੇਗੀ। ਬੱਚੇ ਕੋਲ ਇਖਤਿਆਰ ਹੈ, ਉਹਨਾਂ ਕੋਲ ਰਾਈਟ ਆ, ਉਹ ਜਿਸ ਮਰਜ਼ੀ ਬੁਲਾ ਸਕਦੇ, ਕਿਸੇ ਦੀ ਵੀ ਇੰਟਰਵਿਊ ਲੈ ਸਕਦੇ। ਬੱਚੇ ਨੂੰ ਕਿਹਾ ਜਾਂਦਾ, ਬੱਚੇ ਨੂੰ ਆਲਰੇਡੀ ਹਮੇਸ਼ਾ ਇਹ ਚੀਜ਼ ਹੋਣੀ ਚਾਹੀਦੀ, ਚਾਹੇ ਉਹਦੇ 6.5 ਬੈਂਡ ਨੇ, ਚਾਹੇ 7 ਬੈਂਡ ਨੇ, ਚਾਹੇ 8 ਬੈਂਡ ਨੇ, ਤੇਰੀ ਇੰਟਰਵਿਊ ਆ ਸਕਦੀ ਹੈ। ਦੇਖੋ ਇੰਟਰਵਿਊ ਮੈਂ ਹਮੇਸ਼ਾ ਕਹਿੰਦਾ ਉਹਨਾਂ ਇੱਕ ਪੋਜ਼ਿਟਿਵ ਚੀਜ਼ ਹੈ। ਵੀਜ਼ਾ ਆਫਿਸਰ ਦੇ ਕੋਲ ਇਖਤਿਆਰ ਆ, ਬਿਨਾਂ ਇੰਟਰਵਿਊ ਕੋਈ ਵੀ ਤੁਹਾਡੀ ਰਿਜੈਕਸ਼ਨ ਦੇ ਸਕਦਾ, ਬਿਲਕੁਲ। ਬਟ ਉਹ ਚਾਹੁੰਦਾ ਤੁਹਾਨੂੰ ਜਿਹੜਾ ਵੀਜ਼ਾ ਦੇਣਾ, ਮੌਕਾ ਦੇਣਾ ਤਾਂ ਤੁਹਾਨੂੰ ਬੁਲਾ ਰਿਹਾ, ਕੁਝ ਡਾਊਟਸ ਨੇ ਉਹ ਕਲੀਅਰ ਕਰੋ ਤਾਂ ਵੀਜ਼ਾ ਦੇਣ ਨੂੰ ਤਿਆਰ ਹੈ। ਵੀਜ਼ਾ ਦੇਣ ਨੂੰ ਤਿਆਰ ਹੈ। ਇੱਕ ਆਪਸ਼ਨ ਮਿਲਦੀ ਪਈ ਨਾ ਬੱਚੇ ਨੂੰ ਇੱਕ ਹੋਰ ਮੌਕਾ ਜਿਹਨੂੰ ਆਪਾਂ ਕਹਿ ਸਕਦੇ ਆ, ਬਜਾਏ ਕਿ ਇਹਨੂੰ ਹਊਆ ਬਣਾਉਣ ਦਾ ਜਾਂ ਇਹਦੇ ਤੋਂ ਪੈਸੇ ਕਮਾਉਣ ਦੇ ਜਿਹੜੇ ਕੰਸਲਟੈਂਟ ਕਰ ਰਹੇ ਵੀ ਪਾਸ ਕਰਾ ਦਾਂਗੇ। ਇੰਟਰਵਿਊ ਨੂੰ ਪੋਜ਼ਿਟਿਵਲੀ ਲਓ। ਤੁਸੀਂ ਆਪਣੀ ਇੰਟਰਵਿਊ ਕੰਡਕਟ ਕਰੋ। ਤੁਸੀਂ ਇਸ ਚੀਜ਼ ਨੂੰ ਵੀ ਦੇਖੋ ਕਿ ਹਾਂ ਜਦੋਂ ਤੁਹਾਡੀ ਫਾਈਲ ਐਮਬੈਸੀ ਜਾ ਰਹੀ ਹੈ, ਉਸ ਐਮਬੈਸੀ ਦੇ ਵਿੱਚ ਜਿਹੜਾ ਇੱਕ ਮੋਬਾਈਲ ਨੰਬਰ ਭਰਿਆ ਗਿਆ ਉਹ ਤੁਹਾਡਾ ਭਰਿਆ ਕਿ ਏਜੰਟ ਦਾ ਭਰਿਆ, ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਹਾਂ ਕੀ ਹੈਗਾ ਕੀ ਨਹੀਂ ਹੈਗਾ। ਇੱਕ ਪਿੱਛੇ ਮੇਰੇ ਕੋਲ ਇੱਕ ਸਟੂਡੈਂਟ ਆਇਆ, ਕਹਿੰਦਾ ਜੀ ਮੈਂ ਆਪਣੇ ਡਾਕੂਮੈਂਟ ਦਿੱਤੇ ਸੀ ਇੱਕ ਏਜੰਟ ਨੂੰ। ਮੈਂ ਕਿਹਾ ਜੀ, ਉਹਦੀ +2 ਕੰਪਲੀਟ ਹੋਈ ਸੀ 2012 ਦੇ ਵਿੱਚ, ਠੀਕ ਹੈ। ਕਹਿੰਦਾ ਜੀ ਮੈਨੂੰ ਉਹ ਡਾਕੂਮੈਂਟਸ ਚਾਹੀਦੇ ਸੀਗੇ, ਮੈਂ ਨੋਟਰੀ ਕਰਾਣੇ ਸੀ, ਤੇ ਪਤਾ ਨਹੀਂ ਨੋਟਰੀ ਕਰਾਣੇ ਸੀ ਕਿ ਕਿਸੇ ਸਿਸਟਮ ਦੇ ਵਿੱਚ ਉਹਨੂੰ ਉਹ ਡਾਕੂਮੈਂਟਸ ਦੀ ਰਿਕੁਆਇਰਮੈਂਟ ਪਈ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਨੂੰ ਡਾਕੂਮੈਂਟ ਚਾਹੀਦੇ, ਤੁਸੀਂ ਈਮੇਲ ਕਰ ਦਿਓ, ਮੈਂ ਉਹਨੂੰ ਉਹਦੀ ਫੋਟੋਕਾਪੀ ਦੀ ਰਿਕੁਆਇਰਮੈਂਟ ਆ। ਉਹਦੀ ਮੈਡਮ ਨੇ ਕਿਤੇ ਉਸ ਬੱਚੇ ਨੂੰ ਈਮੇਲ ਕੀਤੀ ਤੇ ਉਹਦੇ ਵਿੱਚ 2014 ਦੀ +2 ਹੋ ਗਈ ਉਹਦੀ, ਉੱਥੇ ਹੀ ਅਮੈਂਡਮੈਂਟ ਹੋ ਗਈ ਬੱਚੇ ਦੀ, ਕਿ ਉਹ ਜਿਹੜਾ ਗੈਪ ਸੀ ਜਾਂ ਜੋ ਵੀ ਸੀਗਾ
ਉਹ ਜੈਨੂਇਨਲੀ ਦੱਸਣ ਦੀ ਬਜਾਏ ਬੱਚੇ ਦਾ ਸਰਟੀਫਿਕੇਟ ਦੇ ਉੱਤੇ ਈਅਰ 2014 ਹੋ ਗਿਆ 12 ਤੋਂ। ਇਹੀ ਚੀਜ਼ਾਂ ਨੇ ਜਿਹੜੀ ਸਟੂਡੈਂਟ ਨੂੰ ਸਮਝਣੀਆਂ ਪੈਣਗੀਆਂ, ਜਿਹੜੇ ਮਾੜੇ ਏਜੰਟ ਨੇ ਉਹ ਇਹੋ ਜਿਹਾ ਕੰਮ ਕਰਦੇ ਆ। ਬਿਲਕੁਲ, ਇਹ ਚੀਜ਼ਾਂ ਤੋਂ ਅਵੇਅਰ ਹੋਣਾ ਪੈਣਾ ਹੈ, ਪਬਲਿਕ ਨੂੰ ਉੱਪਰ ਨਿਕਲਣਾ ਪੈਣਾ ਹੈ। ਤੁਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਇੰਨੇ ਸਾਲਾਂ ਤੋਂ, ਦੇਸ਼ ਪ੍ਰਦੇਸ਼ ਲਾਈਵ, ਠੀਕ ਹੈ ਨਾ, ਉਸ ਦੇ ਥਰੂ ਕਿੰਨੇ ਬੱਚੇ ਆ ਜਿਹੜੇ ਅੱਜ ਦੀ ਡੇਟ ਦੇ ਵਿੱਚ ਜਾਗਰੂਕ ਹੋਏ ਨੇ, ਪਲੱਸ ਅੱਗੇ ਹੋ ਰਹੇ ਨੇ ਫਰਦਰ। ਟਾਈਮ ਟੂ ਟਾਈਮ ਤੁਸੀਂ ਅਲੱਗ-ਅਲੱਗ ਕੰਸਲਟੈਂਟਸ ਬੁਲਾਉਂਦੇ ਹੋ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਅੱਛੀ ਨੌਲੇਜ ਦਿੱਤੀ ਵੀ ਜਾਂਦੀ ਹੈ। ਹੋ ਸਕਦਾ ਮੈਂ ਨਾ ਵੀ ਦੇ ਪਾ ਰਿਹਾ ਹੋਵਾਂ, ਬਟ ਹੋਰ ਬਹੁਤ ਸਾਰੇ ਇੰਡਸਟਰੀ ਦੇ ਐਕਸਪੀਰੀਅੰਸ ਬੰਦੇ ਨੇ ਹਰ ਜਿਹੜਾ ਐਕਸਪਰਟ ਹੈ ਲਵੀ ਜੀ ਕੋਸ਼ਿਸ਼ ਕਰਦਾ ਆਪਣੇ ਐਕਸਪੀਰੀਅੰਸ ਸਦਕੇ ਦਰਸ਼ਕਾਂ ਨੂੰ, ਵਿਊਅਰਸ ਨੂੰ, ਸਟੂਡੈਂਟਸ ਨੂੰ ਦੱਸ ਸਕੇ ਵੀ ਐਕਚੁਅਲ ਜਿਹੜੀ ਗਲਤੀਆਂ ਹੋ ਰਹੀਆਂ ਨੇ ਉਹ ਨਾ ਹੋਣ। ਬਿਲਕੁਲ। ਹੁਣ ਅੱਜ ਦੀ ਡੇਟ 'ਚ ਜਦੋਂ ਐਸਓਪੀ ਦੀ ਗੱਲ ਕਰਦੇ ਪਹਿਲੇ, ਜੇ ਇਹਦੀ ਇਨਵੋਲਵਮੈਂਟ ਨਹੀਂ ਹੈ ਤਾਂ ਸਮਝਣ ਦੀ ਲੋੜ ਹੈ ਵੀ ਰਿਜੈਕਸ਼ਨ ਆ ਸਕਦੀ ਹੈ। ਦੂਜੀ ਚੀਜ਼, ਲੈਵਲਸ ਕਲੀਅਰ ਨਹੀਂ ਨੇ ਬੱਚੇ ਨੂੰ, ਸਟੂਡੈਂਟਸ ਨੂੰ, ਈਵਨ ਮੈਂ ਕਹੂੰਗਾ ਕੰਸਲਟੈਂਟ ਨੂੰ ਬੱਚਿਆਂ ਦੀ ਸਟੱਡੀ ਹਿਡਨ ਕਰਕੇ ਲੈਵਲ 5 6 ਦੇ ਵਿੱਚ ਪਾ ਦਿੱਤਾ ਜਾਂਦਾ। ਉਹ ਰਿਜੈਕਸ਼ਨ ਆਟੋਮੈਟਿਕਲੀ ਆਣਾ ਕਿਉਂਕਿ ਈਅਰ ਮੈਚ ਨਹੀਂ ਕਰਦੇ, ਫਿਰ ਉਹ ਸਟੱਡੀ ਮੈਚ ਨਹੀਂ ਕਰਦੀ। ਇੱਕ ਸਟੂਡੈਂਟ ਨੇ ਇੱਥੇ ਆਲਰੇਡੀ ਸੈਕੰਡ ਈਅਰ ਕੰਪਲੀਟ ਕੀਤੀ ਆ, ਉਹ ਕਹਿੰਦਾ ਮੈਂ ਫਾਈਨਲ ਈਅਰ ਜਿਹੜੀ ਆ ਸਾਲ ਇੱਥੇ ਵੀ ਲਗਾਣਾ, ਉਹਦੀ ਜਗ੍ਹਾ ਤੇ ਜਾ ਕੇ ਉੱਥੇ ਲੈਵਲ 6 ਦੇ ਵਿੱਚ ਐਡਮਿਸ਼ਨ ਲਵਾਂ। ਏਜੰਟ ਨੂੰ ਉਸ ਚੀਜ਼ ਦੀ ਨੌਲੇਜ ਨਾ ਹੋਣ ਕਰਕੇ ਉਹ ਕਹਿੰਦਾ ਜੀ ਆਪਣੀ 2 ਸਾਲ ਦੀ ਜਿਹੜੀ ਤੇਰੀ ਹੈ ਤੂੰ ਗ੍ਰੈਜੂਏਸ਼ਨ ਕੀਤੀ ਆ, ਫਸਟ ਈਅਰ ਸੈਕੰਡ ਈਅਰ ਇਹਨੂੰ ਹਾਈਡ ਕਰ ਦੇ, +2 ਦੇ ਬਿਹਾਫ ਦੇ ਉੱਤੇ ਉਹਨੂੰ ਦੁਬਾਰਾ 2 ਸਾਲ ਦੀ ਸਟੱਡੀ ਵਾਸਤੇ ਭੇਜ ਦਿੰਦੇ ਨੇ। ਸਰ ਮਾਸਟਰ ਵਾਲਿਆਂ ਨੂੰ ਭੇਜੀ ਜਾਂਦੇ ਲੈਵਲ 5, ਮਾਸਟਰ ਵਾਲਿਆਂ ਨੂੰ ਭੇਜੀ ਜਾਂਦੇ ਲੈਵਲ 5 ਦੇ ਵਿੱਚ। ਦੱਸੋ ਕੀ ਕਰੋਗੇ? ਇਟਸ ਓਨਲੀ ਡਿਊ ਟੂ ਲੈਕ ਆਫ ਨੌਲੇਜ। ਉਸ ਬੰਦੇ ਨੂੰ ਪਤਾ ਹੀ ਨਹੀਂ ਕਿ ਬੱਚੇ ਦਾ ਕੀ ਬੈਕ ਸਟੱਡੀ ਸੀ, ਉਹਨਾਂ ਕਿਹੜਾ ਲੈਵਲ ਇੰਡੀਆ ਦੇ ਵਿੱਚ ਕੰਪਲੀਟ ਕੀਤਾ, ਨਿਊਜ਼ੀਲੈਂਡ ਦੇ ਅਕੋਰਡਿੰਗਲੀ ਕਿਹੜਾ ਲੈਵਲ ਉਹਦੇ ਲਈ ਅੱਗੇ ਬਣਦਾ ਆ। ਹੁਣ ਇੱਕ ਬੱਚਾ ਹੈ, ਉਹਨੇ ਗ੍ਰੈਜੂਏਸ਼ਨ ਕੀਤੀ ਹੈ, ਨੈਚੁਰਲ ਹੈ, ਉਹਨੂੰ ਤੁਸੀਂ ਲੈਵਲ 6 ਤੱਕ ਦੀ ਐਜੂਕੇਸ਼ਨ ਉਹ ਇੰਡੀਆ 'ਚ ਕੰਪਲੀਟ ਕਰ ਚੁੱਕਾ ਆ। ਸੋ ਫਰਦਰ ਜਿਹੜੀ ਉਹਦੀ ਐਜੂਕੇਸ਼ਨ ਹੈਗੀ ਆ ਦੈਟ ਇਜ਼ ਲੈਵਲ 7 ਬਣਦੀ ਆ, ਠੀਕ ਹੈ। ਉਹਨੂੰ ਆਇਲਸ ਕਰਾਓ ਤੁਸੀਂ, ਜੇ ਮਾਸਟਰ ਵਿੱਚ ਜਾਣਾ ਚਾਹੁੰਦਾ ਹੈ, ਮਾਸਟਰ ਦੇ ਬਹੁਤ ਸਾਰੇ ਇੰਸਟੀਟਿਊਸ਼ਨਸ ਹੈਗੇ ਅੱਜ ਵੀ ਜਿਹੜੇ ਵਿਦਆਊਟ ਆਇਲਸ ਨਹੀਂ ਅਸੈਪਟ ਕਰਦੇ ਬੱਚੇ ਨੂੰ, ਆਇਲਸ ਦੀ ਰਿਕੁਆਇਰਮੈਂਟ ਕਰਦੇ ਨੇ। ਸੋ ਤੁਸੀਂ ਲੈਵਲ 8 ਦੇ ਵਿੱਚ ਬੱਚੇ ਦੀ ਐਡਮਿਸ਼ਨ ਕਰਾਓ, ਉਹਦਾ ਫਿਊਚਰ ਦੇਖੋ, ਜਦ ਕਿ ਆਪਣਾ ਤੁਸੀਂ ਘਰ ਭਰਨ ਦੀ ਬਜਾਏ। ਫਿਰ ਗੱਲ ਆ ਗਈ ਜੀ ਕੱਕਾ ਕੰਸਲਟੈਂਟ ਤੇ। ਹਾਂ, ਕੰਸਲਟੈਂਟ ਮਾੜਾ ਤਾਂ ਉਹਨੇ ਇਹੋ ਜਿਹੇ ਕੰਮ ਕਰਨੇ ਨੇ, ਚਾਹੇ ਮੈਂ ਕਹਿੰਦਾ ਉਹਨੇ ਤੁਹਾਡੇ ਸਰਟੀਫਿਕੇਟ ਦੇ ਵਿੱਚ ਹੇਰਾਫੇਰੀ ਕਰੇ, ਤੁਹਾਨੂੰ ਗਲਤ ਗਾਈਡ ਕਰੇ, ਇੰਟਰਵਿਊ ਕਲੀਅਰ ਕਰਕੇ ਤੁਹਾਡੇ ਪੈਸੇ ਦਾ ਨੁਕਸਾਨ ਪਹੁੰਚਾਏ। ਇੱਕ ਕੰਸਲਟੈਂਟ ਅੱਜ ਇੱਕ ਬੱਚੇ ਦੇ ਬਾਰੇ ਚੰਗਾ ਸੋਚ ਰਿਹਾ ਵਾ ਨਾ, ਤੇ ਕੱਲ ਨੂੰ ਉਹ ਜਿਹੜਾ ਪਰਮਾਤਮਾ ਬੈਠਾ ਨਾ ਉੱਪਰ, ਉਹ ਤੁਹਾਡੇ ਬਾਰੇ ਆਪੇ ਹੀ ਚੰਗਾ ਕਰ ਰਿਹਾ ਵਾ। ਤੁਸੀਂ ਇੱਕ ਬੱਚੇ ਦਾ ਇੱਕ ਬੱਚਾ ਨਹੀਂ ਨਾ ਜੁੜਿਆ, ਉਹ ਬੱਚੇ ਦੇ ਨਾਲ ਕਈਆਂ ਦਾ ਸੁਪਨਾ ਜੁੜਿਆ ਹੋਇਆ, ਕਈਆਂ ਦਾ ਸੁਪਨਾ ਜੁੜਿਆ, ਉਹਦਾ ਪਰਿਵਾਰ ਸਾਰਾ ਉਹਦੇ ਉੱਤੇ ਡਿਪੈਂਡ ਹੁੰਦਾ। ਕਈ ਵਾਰੀ ਪੇਰੈਂਟਸ ਦੇ ਕੋਲ ਪੈਸਾ ਨਹੀਂ ਹੁੰਦਾ, ਔਰ ਰਿਸ਼ਤੇਦਾਰੀ ਦੇ ਵਿੱਚ ਪੈਸਾ ਫੜਦੇ ਆਪਣੇ ਬੱਚੇ ਤੇ ਲਾਉਂਦੇ ਆ ਕਿ ਕੱਲ ਨੂੰ ਸਾਡਾ ਬੱਚਾ ਜੀ ਆਹ ਚੀਜ਼ ਕਰੂਗਾ, ਤੇ ਉਹਨੂੰ ਝੂਠੇ ਸੁਪਨੇ ਦਿਖਾਏ ਜਾਂਦੇ ਨੇ ਏਜੰਟ ਦੇ ਐਂਡ ਤੋਂ ਕਿ ਨਹੀਂ ਜੀ ਇਦਾਂ ਨਹੀਂ, ਆਹ ਚੀਜ਼ ਇਦਾਂ ਹੋਏਗੀ। ਸੋ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਖਤਮ ਕਰੋ ਤੁਸੀਂ, ਜਿਹੜੇ ਏਜੰਟਸ ਦੇ ਉੱਤੇ ਤੁਸੀਂ ਯਕੀਨ ਕਰਦੇ ਹੋ, ਇਹਨਾਂ ਝੂਠੀਆਂ ਗੱਲਾਂ ਤੇ ਉਹ ਨਾ ਕਰੋ। ਕਾਉਂਸਲਰਸ ਕੋਲ ਬੈਠਦੇ ਆ ਕਾਫੀ, ਮੇਰੇ ਨਾਲ ਮੇਰੇ ਜਿਹੜੇ ਵਿਊਅਰਸ, ਦਰਸ਼ਕ, ਸਟੂਡੈਂਟ ਨੇ ਉਹ ਹੋਣੇ ਆ ਸਰਟੀਫਾਈਡ। ਜਦੋਂ ਕਾਉਂਸਲਰ ਕੋਲ ਬੈਠਦੇ ਕਿਸੇ ਦਫ਼ਤਰ ਦੀ, ਉਹ ਪਿੱਛੋਂ ਸ਼ੁਰੂ ਕਰਦੇ ਆ ਤੁਹਾਡਾ ਸਟੂਡੈਂਟ ਵੀਜ਼ਾ, ਤੇ ਲਾਸਟ ਪੇਜ ਤੱਕ ਆਉਂਦੇ ਤੁਹਾਡਾ PR ਵੀ ਦਵਾ ਦਿੰਦੇ ਵੀ ਇਹਦਾ PR ਮਿਲ ਜਾਣੀ ਹੈ। ਉਹ ਇਦਾਂ ਕੁਝ ਨਹੀਂ ਹੁੰਦਾ, ਉਹ ਕਾਗਜ਼ 'ਚ ਲਿਖਣ 'ਚ ਐਕਚੁਅਲ ਕੀ ਆ ਉਹ ਸਮਝਣਾ ਪਏਗਾ। ਉਹ ਜਿਹੜੀ PR ਹੋ ਰਹੀ ਹੈ ਨਾ, ਉਹ ਐਕਚੁਅਲੀ ਕਾਗਜ਼ 'ਚ ਹੀ ਹੋ ਰਹੀ ਹੈ ਜੀ। ਬਿਲਕੁਲ। ਹਾਂ, ਤੇ ਉਹ ਕਾਗਜ਼ ਵੀ ਬਾਅਦ 'ਚ ਪਾੜ ਦਿੱਤੇ ਜਾਂਦਾ। ਰੂਲ ਐਂਡ ਰੈਗੂਲੇਸ਼ਨਸ ਸਮਝਾਈ ਨਹੀਂ ਜਾ ਰਹੇ, ਸਟੱਡੀ ਬਾਰੇ ਦੱਸਿਆ ਹੀ ਨਹੀਂ ਜਾ ਰਿਹਾ, ਕੋਰਸਿਸ ਬਾਰੇ ਨਹੀਂ ਦੱਸਿਆ ਜਾ ਰਿਹਾ। ਬਿਲਕੁਲ। ਮੋਟਿਵ ਕੀ ਹੈ? ਪੈਸਾ। ਸੋ ਐਸੇ ਕੰਸਲਟੈਂਟ ਤੋਂ ਬਚ ਕੇ ਇੱਕ ਸਹੀ ਕੰਸਲਟੈਂਟ ਦੀ ਚੋਣ ਹੀ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਬ੍ਰਾਂਚੇਸ ਨੇ। ਅਗਰ ਉਹ ਕੰਪਨੀ ਵੀ ਜੈਨੂਇਨ ਆ ਨਾ, ਤੇ ਤੁਸੀਂ ਉਹਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਚਲੇ ਜਾਓ, ਤੁਹਾਨੂੰ ਸੇਮ ਵਰਡਸ ਮਿਲਣਗੇ, ਸੇਮ ਗਾਈਡੈਂਸ ਮਿਲੇਗੀ, ਸੇਮ ਹਰ ਇੱਕ ਕਾਲਜ ਦਾ ਫੀਸ ਸਟਰਕਚਰ ਮਿਲੇਗਾ। ਇੱਥੇ ਤੱਕ ਕਿ ਏਜੰਟਸ ਕੀ ਕਰਦੇ ਨੇ, ਆਪਣੀ ਫੀਸ ਵਧਾਉਣ ਵਾਸਤੇ ਫॉर ਇੱਕ ਬੱਚੇ ਦੀ ਆਫਰ ਲੈਟਰ ਤੇ ਜਿਹੜੀ ਫੀਸ ਹੈ ਉਹੀ ਇਨਕਰੀਜ਼ ਕਰ ਦਿੱਤੀ ਜਾਂਦੀ ਹੈ, ਜਿਹੜੀ ਬੱਚੇ ਨੂੰ ਸ਼ੋ ਹੋ ਰਹੀ ਹੈ। ਆਫਰ ਲੈਟਰ ਤੇ ਫੀਸ ਇਨਕਰੀਜ਼ ਹੋ ਰਹੀ ਹੈ, ਪਲੱਸ ਲਵੀ ਜੀ ਜਿਹੜਾ ਪਿੱਛੇ ਕੁਝ ਸਮੇਂ ਦੇਖਣਾ ਹੈ, ਜਦੋਂ ਫੀਸ ਚੀਟੀ ਹੁੰਦੀ ਡਾਲਰ 'ਚ 1-2 ਰੁਪਏ ਹੇਰ-ਫੇਰ ਕਰਕੇ ਬੱਚੇ ਨੂੰ ਲੱਖ 2 ਲੱਖ ਦਾ ਨੁਕਸਾਨ ਹੁੰਦਾ। ਕੀ ਤੁਸੀਂ 2 ਰੁਪਏ ਦੇ ਨਾਲ ਕੀ ਕਮਾ ਲਓਗੇ ਆਪਣਾ ਘਰ? ਉਹੀ ਜਿਹੜੀ ਚੀਜ਼ ਆਪਾਂ ਕੀਤੀ ਨਾ ਕਿ ਅੱਜ ਆਪਾਂ ਕਿਸੇ ਦੇ ਬੱਚੇ ਦੇ ਨਾਲ ਮਾੜਾ ਕਰਦੇ ਪਏ ਨਾ, ਜਾਂ ਤੇ ਅੱਜ ਆਲਰੇਡੀ ਤੁਹਾਡੇ ਬੱਚੇ ਵੱਡੇ ਨੇ ਜਾਂ ਉਹਨਾਂ ਨੇ ਕੱਲ ਨੂੰ ਵੱਡੇ ਹੋਣਾ ਆ, ਤੇ ਤੁਸੀਂ ਆਪਣਾ ਫਿਊਚਰ ਤੇ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਆ ਉਹਨਾਂ ਮਾਪਿਆਂ ਨੇ ਅਸੀਸਾਂ ਦੇਣੀਆਂ ਜਦੋਂ ਤੁਸੀਂ ਉਹਨਾਂ ਮਾਪਿਆਂ ਦੇ ਬੱਚਿਆਂ ਦੇ ਨਾਲ ਆ ਚੀਜ਼ ਕਰੋਗੇ। ਤੁਸੀਂ ਕੀ ਕਾਰਨ ਕੀ ਦੇਖਦੇ ਹੋ ਇਹ ਸਾਰਾ ਜਿਹੜਾ ਕੁਝ ਹੋ ਰਿਹਾ? ਇੱਕ ਸਹੀ ਨੌਲੇਜ ਹੋਣ ਦੇ ਬਾਵਜੂਦ ਵੀ ਕਈ ਮਿਸਗਾਈਡ ਕਰ ਰਹੇ ਆ। ਇਹ ਕੰਮ ਨੇ ਇੰਡਸਟਰੀ ਦਾ ਰੂਪ ਧਾਰ ਲਿਆ ਖਾਸ ਕਰ। ਇੱਕੋ ਹੀ ਕਾਰਨ ਹੈ ਇਹਦੇ ਪਿੱਛੇ, ਦੈਟ ਇਜ਼ ਪੈਸਾ। ਪੈਸਾ ਪੈਸਾ ਨਹੀਂ, ਪੈਸਾ ਤਾਂ ਸਹੀ ਕੰਮ ਕਰਕੇ ਵੀ ਮਿਲਣਾ, ਬਿਲਕੁਲ ਮਿਲਣਾ ਨਾ। ਜਿਹੜੀ ਸਹੀ ਕੰਪਨੀ ਬੈਠੀਆਂ ਨੇ ਪੈਸਾ ਉਹ ਵੀ ਕਮਾਉਂਦੇ, ਬਟ ਇੱਕ ਸਹੀ ਤਰੀਕੇ ਨਾਲ ਕਮਾਉਂਦੀਆਂ ਨਾ। ਲਾਲਚ ਆ ਗਿਆ ਨਾ ਕਿ ਹਾਂ ਆ ਚੀਜ਼ ਹੈਗੀ ਆ। ਦੇਖੋ, ਅਗਰ ਤੁਸੀਂ ਇੰਡਸਟਰੀ ਦੇ ਵਿੱਚ ਸਰਵਾਈਵ ਕਰਨਾ ਆ, ਸਾਰੇ ਏਜੰਟ ਜਿੰਨੇ ਹੈਗੇ ਨੇ ਆਉਣ ਵਾਲੇ ਟਾਈਮ ਦੇ ਵਿੱਚ 6 ਮਹੀਨੇ, ਸਾਲ, 1.5 ਸਾਲ, 2 ਸਾਲ ਤੱਕ ਬੰਦ ਹੋ ਜਾਣਗੇ ਮੈਕਸਿਮਮ। ਸਰਵਾਈਵ ਕਰਨਾ ਤੁਹਾਨੂੰ ਜੈਨੂਇਨ ਕੰਮ ਕਰਨਾ ਹੀ ਪਏਗਾ। ਇਹਨਾਂ ਕਰਕੇ ਹੀ ਜਿਹੜੇ ਏਜੰਟ ਇਹ ਕੰਮ ਕਰਦੇ ਨੇ, ਜਿੰਨੇ ਜੈਨੂਇਨ ਬੰਦੇ ਨੇ
ਪੇਰੈਂਟਸ ਉਹਨਾਂ ਤੇ ਨਹੀਂ ਯਕੀਨ ਕਰ ਪਾਉਂਦੇ। ਦੇਖੋ ਜਿਹੜਾ ਇੱਕ ਮਾੜਾ ਬੰਦਾ ਮਿਲੇ ਤਾਂ ਉਹ ਦੂਜਾ ਚੰਗਾ ਵੀ ਉਹਨੂੰ ਮਾੜਾ ਲੱਗਣ ਲੱਗ ਜਾਂਦਾ। ਬਿਲਕੁਲ ਬਿਲਕੁਲ ਏਦਾਂ ਹੀ ਆ। ਸੋ ਇੱਥੇ ਸਮਝਣ ਦੀ ਲੋੜ ਹੈ ਸਾਡੇ ਸਟੂਡੈਂਟਸ ਨੂੰ, ਖਾਸ ਕਰ ਮੈਂ ਕਹੂੰਗਾ ਸਾਡੇ ਏਜੰਟਾਂ ਨੂੰ ਵੀ ਕਾਫੀ ਜੁੜੇ ਹੋਣੇ ਇਸ ਸ਼ੋਅ ਦੇ ਨਾਲ ਵੀ। ਕਾਈਂਡਲੀ ਇਹੋ ਜਿਹਾ ਕੋਈ ਕੰਮ ਨਾ ਕਰੋ। ਪੈਸਾ ਤੁਸੀਂ ਕਮਾਉਣਾ, ਤੁਹਾਡਾ ਕੰਮ ਹੈ ਕਮਰਸ਼ੀਅਲ ਹੋ, ਬਟ ਉਹ ਸਹੀ ਤਰੀਕੇ ਵੀ ਕਮਾਇਆ ਜਾ ਸਕਦਾ ਹੈ। ਇੱਕ ਸਟੂਡੈਂਟ ਦੇ ਫਿਊਚਰ ਨਾਲ ਖਿਲਵਾੜ ਨਾ ਕੀਤਾ ਜਾਵੇ, ਜੋ ਕਿ ਅੱਜ ਮੈਸੇਜ ਰਿਹਾ। ਕੀ ਖਾਸ ਕਹਿਣਾ ਚਾਹੋਗੇ ਜਾਂਦੇ ਜਾਂਦੇ ਸ਼ੋਅ ਦੇ ਵਿੱਚ ਜੋ ਨਹੀਂ ਮੈਂ ਪੁੱਛ ਪਾਇਆ? ਇੱਕੋ ਹੀ ਚੀਜ਼ ਜਿਹੜੀ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਹਿ ਰਹੇ ਹਾਂ, ਕਿਸੇ ਵੀ ਏਜੰਟ ਤੇ ਯਕੀਨ ਕਰਨ ਤੋਂ ਪਹਿਲਾਂ ਤੁਸੀਂ ਬਾਹਰ ਜਾਣ ਦਾ ਸੁਪਨਾ ਲੈ ਰਹੇ ਹੋ ਤੇ ਇੱਕ ਵਾਰੀ ਇੰਟਰਨੈਟ ਫੈਸਿਲਿਟੀ ਜ਼ਰੂਰ ਯੂਜ਼ ਕਰੋ। ਹਮੇਸ਼ਾ ਮੈਂ ਹਰ ਇੱਕ ਸ਼ੋਅ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਕੰਸਲਟੈਂਟ ਆ ਉੱਥੇ ਹੀ ਕੋਈ ਨਾ ਕੋਈ ਬੰਦਾ ਜਾਣ ਪਛਾਣ ਹੁੰਦਾ, ਉਹਦੇ ਬਾਰੇ ਫੀਡਬੈਕ ਲੈ ਲਓ, ਉਹਦੇ ਬਾਰੇ ਫੀਡਬੈਕ ਜ਼ਰੂਰ ਲਓ। ਪਲੱਸ ਜਿਹੜਾ ਕੰਸਲਟੈਂਟ ਤੁਸੀਂ ਚੂਜ਼ ਕਰ ਰਹੇ ਹੋ, ਇੱਕ ਵਾਰੀ ਉਹਦੀ ਪਿਛੋਕੜ ਦੇ ਵਿੱਚ ਜ਼ਰੂਰ ਝਾਕ ਕੇ ਦੇਖੋ ਕਿ ਇਹਨੇ ਅੱਜ ਤੱਕ ਕੀ ਕੀਤਾ ਹੈ, ਨਾਲੇ ਜਿਹੜੇ ਕੀ ਇਹਨਾਂ ਦੀ ਸਕਸੈਸ ਸਟੋਰੀਜ਼ ਰਹੀਆਂ ਨੇ, ਬਜਾਏ ਕਿ ਜਿਹੜੇ ਤੁਹਾਨੂੰ ਫੀਸ ਸਟਰਕਚਰ ਦੱਸਣ ਦੇ, ਕੋਰਸਿਸ ਦੱਸਣ ਦੇ, ਪੈਕੇਜ ਦੱਸ ਕੇ ਤੁਹਾਨੂੰ ਚੀਜ਼ ਸੇਲ ਕਰ ਰਹੇ ਨੇ, ਉਹ ਕਦੀ ਜੈਨੂਇਨ ਨਹੀਂ ਜਿਹੜੀ ਤੁਸੀਂ ਪੈਕੇਜ ਵਰਡ ਯੂਜ਼ ਕੀਤਾ ਹੈ ਨਾ, ਬੱਚਾ ਸਾਡੇ ਕੋਲ ਆਂਦਾ ਜੀ ਨਿਊਜ਼ੀਲੈਂਡ ਦਾ ਕੀ ਪੈਕੇਜ ਚੱਲ ਰਿਹਾ, ਪੈਕੇਜ ਦਾ ਕੀ ਮਤਲਬ ਕੀ ਹੈ, ਵਾਟ ਇਜ਼ ਦ ਮੀਨ ਆਫ ਪੈਕੇਜ? ਕਾਲਜ ਦੀ ਫੀਸ ਹੈ, ਕਾਲਜ ਦੀ ਫੀਸ ਹੈ, ਤੇਰੀ ਇੰਸ਼ੋਰੈਂਸ ਹੈ, ਕਾਲਜ ਦੀ ਫੀਸ ਆ। ਇੱਕ ਏਜੰਟ ਹੈ, ਇੱਕ ਕੰਸਲਟੈਂਟ ਹੈ, ਉਹਨੇ ਦੱਸਿਆ ਜੀ ਮੇਰੀ ਆ ਕੰਸਲਟੇਸ਼ਨ ਫੀਸ ਆ, ਬਿਫੋਰ ਆ ਆਫਟਰ ਆ, ਦੈਟਸ ਆਲ, ਠੀਕ ਹੈ। ਵਿੱਚ ਪੈਕੇਜ ਵਰਡ ਕਿੱਥੋਂ ਆਇਆ, ਰਾਈਟ? ਕਾਲਜ ਦੀ ਫੀਸ ਕਿਦੋਂ ਦੇਣੀ? ਤੁਸੀਂ AIP ਤੁਹਾਡੀ ਆਏਗੀ, ਉਸ ਤੋਂ ਬਾਅਦ ਕਾਲਜ ਦੀ ਫੀਸ ਜਾਣੀ ਹੈ। ਜੇ ਤੁਸੀਂ FTS ਦੇ ਅੰਡਰ ਅਪਲਾਈ ਕਰ ਰਹੇ ਹੋ, ਤੁਹਾਡਾ ਬੈਂਕ ਅਕਾਊਂਟ ਖੁੱਲੇਗਾ, ਉਹਦੇ ਵਿੱਚ ਬੈਂਕ ਦੇ ਅਕਾਊਂਟ ਆ। ਪੈਕੇਜ ਦਾ ਕੀ ਰੋਲ ਹੈ ਇਹਦੇ ਵਿੱਚ? ਤੁਹਾਡਾ ਪੈਸਾ ਤੁਹਾਡੇ ਕੋਲੇ ਉੱਥੇ ਹੀ ਰਹਿਣਾ। ਜਿਹੜੇ ਫ੍ਰੀ ਲੈਪਟਾਪ, ਫ੍ਰੀ ਉਹ ਸਾਰਾ ਕੁਝ ਮਿਲ ਰਿਹਾ, ਉਹ ਤੁਹਾਡੇ ਹੀ ਪੈਸੇ ਨੇ, ਤੁਹਾਡੇ ਪੈਸੇ ਨੇ, ਤੁਹਾਡੇ ਪੈਸਿਆਂ ਦੇ ਵਿੱਚੋਂ ਹੀ ਦਿੱਤਾ ਜਾਣਾ ਹੈ, ਕਿਤੋਂ ਬਾਹਰੋਂ ਨਹੀਂ ਆਣਾ ਉਹ ਚੀਜ਼। 에ਅਰ ਟਿਕਟ ਵੀ ਕੋਸ਼ਿਸ਼ ਕਰੋ ਆਪ ਹੀ ਕਰਾਓ। 에ਅਰ ਟਿਕਟ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਜਿਹੜੇ ਬੱਚਿਆਂ ਨੂੰ ਨੁਕਸਾਨ ਪਹੁੰਚ ਰਿਹਾ, ਚਾਹੇ 10-20 ਹਜ਼ਾਰ ਰੁਪਏ ਟਿਕਟ ਮਹਿੰਗੀ ਮਿਲ ਰਹੀ ਹੈ। ਨਾਰਮਲੀ ਚੀਜ਼ ਹੈ। ਇੱਕ ਬੱਚਾ ਮੇਰੇ ਕੋਲ ਆਇਆ ਪਿੱਛੇ, ਕਹਿੰਦਾ ਜੀ ਮੈਂ ਨਿਊਜ਼ੀਲੈਂਡ ਦਾ ਪਤਾ ਕੀਤਾ ਸੀ ਸਟੂਡੈਂਟ ਵੀਜ਼ਾ। ਮੈਂ ਕਿਹਾ ਉਸ ਏਜੰਟ ਨੇ ਸਾਡੇ ਕੋਲੋਂ ਜੀ 50,000 ਰੁਪਏ ਪਹਿਲਾਂ ਲਿੱਤਾ ਆ, 1.5 ਲੱਖ ਰੁਪਏ ਬਾਅਦ ਵਿੱਚ ਲੈਣਾ ਆ। ਕਾਹਦਾ ਪੈਕੇਜ? ਅੱਛਾ ਪੈਕੇਜ ਦੱਸੋ। ਕੰਸਲਟੇਸ਼ਨ ਫੀਸ ਆ, ਤੁਸੀਂ ਇੱਕ ਫਾਈਲ ਤਿਆਰ ਕਰ ਰਹੇ ਹੋ, ਜੋ ਚੀਜ਼ ਜੈਨੂਇਨਲੀ ਸਮਝ ਲੱਗਦੀ ਹੈ। ਦੇਖੋ ਕੰਸਲਟੇਸ਼ਨ ਫੀਸ ਹਰ ਇੱਕ ਦੀ ਅਲੱਗ ਹੋ ਸਕਦੀ ਹੈ, ਹਰ ਵਕੀਲ ਦੀ ਫੀਸ ਅਲੱਗ ਹੈ, ਬਟ ਉਹ ਇੱਕ ਜੈਨੂਇਨ ਪ੍ਰਾਈਸ ਹੋਣਾ ਚਾਹੀਦਾ ਹੈ ਨਾ। ਇੱਕ ਜੈਨੂਇਨ ਬੰਦਾ ਆਪਣਾ ਦੱਸਦਾ ਵੀ ਹੈ ਨਾ ਵੀ ਮੈਂ ਇੰਨੇ ਲਊਂਗਾ। ਪੈਕੇਜ ਦਾ ਕੀ ਮਤਲਬ ਹੋਇਆ? ਸਰਕਾਰੀ ਕੋਈ ਵੀ ਐਸਾ ਨਹੀਂ ਕੰਮ ਜੋ ਪੈਕੇਜ ਵੇਚਿਆ ਜਾ ਰਿਹਾ। ਇਹ ਤਾਂ ਸਿਰਫ ਇੱਕ ਜਿਹੜਾ ਤੁਸੀਂ ਸਰਕਾਰੀ ਸਕੂਲ 'ਚ ਕਾਲਜ 'ਚ ਪੜ੍ਹਨ ਜਾ ਰਹੇ ਹੋ, ਉਹਦੀ ਫੀਸ ਹੈ, ਤੁਹਾਡੀ 에ਅਰ ਟਿਕਟ ਹੈ, ਤੁਹਾਡਾ ਹੀ ਖਰਚਾ ਜਿਹੜਾ ਉਹ ਲੱਗਣਾ। ਪੈਕੇਜ ਦਾ ਕੋਈ ਤੁਹਾਡੇ ਪੈਸੇ ਆ ਘੁੰਮ ਫਿਰ ਕੇ ਤੁਹਾਡੇ ਤੱਕ ਉਹਨੂੰ 50% ਕਰਕੇ ਪਹੁੰਚਾਏ ਜਾ ਰਹੇ ਨੇ ਤੁਹਾਡੇ ਕੋਲ। ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਜੀ, ਰੋਜ਼ ਤੁਹਾਡੇ ਅੱਗੇ ਨਵੀਆਂ ਗੱਲਾਂ ਰੱਖ ਸਕੀ। ਅੱਜ ਦੇ ਸ਼ੋਅ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ। ਕੱਲ ਇਸੇ ਸ਼ੋਅ ਨੂੰ 3:30 ਵਜੇ ਮੁੜ ਪ੍ਰਸਾਰਿਤ ਕੀਤਾ ਜਾਏਗਾ, ਦੇਖ ਸਕਦੇ ਹੋ। ਫਿਊਚਰ ਪੁਆਇੰਟ ਦੇ ਨੰਬਰ ਚੱਲ ਰਹੇ ਨੇ, ਕੋਈ ਗੱਲ ਚੰਗੀ ਹੋਵੇ ਤਾਂ ਜ਼ਰੂਰ ਫੀਡਬੈਕ ਉਹਨਾਂ ਨੂੰ ਵੀ ਦਿਓ, ਸਾਡੇ ਤੱਕ ਵੀ ਪਹੁੰਚਾਇਓ। ਤੇ ਕੋਈ ਵੀ ਕੁਐਰੀ ਲੈਣਾ ਚਾਹੁੰਦੇ ਜਿਹੜੀ ਅਸੀਂ ਨਹੀਂ ਸਾਂਝਾ ਕਰ ਪਾਏ ਨਿਊਜ਼ੀਲੈਂਡ ਬਾਰੇ, ਤਾਂ ਇਹਨਾਂ ਨਾਲ ਕੁਐਰੀ ਆਪ ਮਿਲ ਕੇ ਇਹਨਾਂ ਦੇ ਆਫਿਸ ਦੇ ਵਿੱਚ ਜਾਂ ਨੰਬਰਾਂ ਤੇ ਕਾਲ ਕਰਕੇ ਵੀ ਕੀਤੀ ਜਾ ਸਕਦੀ ਹੈ। ਲਵੀ ਜੀ ਅੱਜ ਦੇ ਸ਼ੋਅ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਕੋਸ਼ਿਸ਼ ਕਰਾਂਗੇ ਨੈਕਸਟ ਸ਼ੋਅ ਦੇ ਵਿੱਚ ਵੀ ਲਵੀ ਜੀ ਆਉਣਗੇ ਤਾਂ ਇਸੇ ਤਰ੍ਹਾਂ ਟਰਾਂਸਪੇਰੈਂਸੀ ਨਾਲ ਜਿਹੜੀ ਨੌਲੇਜ ਹੈ ਉਹ ਤੁਹਾਡੇ ਅੱਗੇ ਪਹੁੰਚਾਉਂਦੇ ਰਹਾਂਗੇ। ਕਾਫੀਆਂ ਨੂੰ ਸ਼ੋਅ ਮਾੜਾ ਵੀ ਲੱਗਿਆ ਹੋਣਾ, ਉਹਨਾਂ ਤੋਂ ਮਾਫੀ ਚਾਹੁੰਦੇ ਆ, ਬਟ ਅਸੀਂ ਇਹ ਇੱਕ ਸਟੂਡੈਂਟ ਦੀ ਭਲਾਈ ਲਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।